ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਸੁਖੋ ਟਲ ਗੁਰ ਸੇਵੀ, ਰਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਓ। ਹੋਵੈ ਸਿਫਤ ਖਸਮਦੀ, ਨੂਰੇ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਅਰਜਨ ਧਨ ਵਿਦਿਆ ਮੈਂ ਮਹਾ, ਸ਼ੋਰਤ ਬਾਣ ਦੂਰ ਰਿਪ ਜਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਰਸ ਭਿੰਨੇ ਕੀਰਤਨ ਸ਼ਬਦ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ। ਇਸ ਵੇਲੇ ਆਪਾਂ ਗੁਰ ਇਤਿਹਾਸ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਲੜੀਵਾਰ ਬਖਸ਼ਿਸ਼ ਕਰ ਰਹੇ ਨੇ, ਇਸ ਨੂੰ ਸਰਵਨ ਕਰ ਰਹੇ ਹਾਂ ਕਿ ਬਿਹਾਰ, ਜਿਸ ਨੂੰ ਮਗਧ ਦੇਸ਼ ਆਖਿਆ ਜਾਂਦਾ ਹੈ, ਬਿਹਾਰ ਦੀ ਰਾਜਧਾਨੀ ਪਟਨਾ। ਪਟਨੇ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਹੈ, ਨਾਮ ਹੈ ਜਰਾਸੰਧ। ਦੁਆਪਰ ਯੁੱਗ ਦੇ ਵਿੱਚ ਇਹ ਰਾਜਾ ਹੋਇਆ। ਪਟਨੇ ਨੂੰ ਪਹਿਲਾਂ ਪਾਟਲੀ ਪੁੱਤਰ ਵੀ ਆਖਿਆ ਜਾਂਦਾ ਸੀ। ਅਸ਼ੋਕ ਵਰਗੇ ਰਾਜੇ ਵੀ ਇਸ ਜਗ੍ਹਾ ਦੇ ਉੱਪਰ ਰਾਜ ਕਰਦੇ ਰਹੇ। ਪਰ ਇਹ ਜਿਹੜਾ ਜਰਾਸੰਧ ਰਾਜਾ ਹੈ, ਬਿਰਹਿ ਦਰਥ ਰਾਜੇ ਦਾ ਪੁੱਤਰ ਸੀ ਤੇ ਬਹੁਤ ਵੱਡਾ ਸੂਰਮਾ ਹੈ। ਸਾਰੇ ਹਿੰਦੁਸਤਾਨ ਦੀ ਧਰਤੀ ਤੇ ਰਾਜ ਕੀਤਾ, ਪਟਨੇ ਨੂੰ ਰਾਜਧਾਨੀ ਬਣਾ ਕੇ। ਇਹ ਉਹੀ ਪਟਨਾ ਸ਼ਹਿਰ ਹੈ ਜਿੱਥੇ ਅੱਜ ਦੇ ਦਿਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਵਤਾਰ ਧਾਰਿਆ ਸੀ। ਉਸ ਧਰਤੀ ਨੂੰ ਭਾਗ ਲਾਏ ਸਤਿਗੁਰੂ ਜੀਆਂ ਨੇ। ਇਤਿਹਾਸ ਆਪਾਂ ਸਵੇਰ ਦੇ ਦੀਵਾਨ ਵਿੱਚ ਬੜੇ ਵਿਸਥਾਰ ਦੇ ਨਾਲ ਆਪਾਂ ਸਰਵਣ ਕੀਤਾ ਹੈ। ਹੁਣ ਇਹ ਜੋ ਕਥਾ ਚੱਲਣ ਲੱਗੀ ਹੈ ਕਿ ਉਸ ਰਾਜੇ ਨੂੰ ਮਾਰਨ ਵਾਸਤੇ, ਜਰਾਸੰਧ ਨੂੰ ਮਾਰਨ ਵਾਸਤੇ ਕ੍ਰਿਸ਼ਨ ਭਗਵਾਨ ਜੀ ਆਪਣੇ 2 ਸਾਥੀਆਂ ਦੇ ਸਮੇਤ ਪਹੁੰਚੇ। ਰਾਜੇ ਨੂੰ ਜੰਗ ਵਾਸਤੇ, ਕੁਸ਼ਤੀ ਵਾਸਤੇ ਉਸ ਵੇਲੇ ਬੁਲਾਇਆ ਕਿ ਰਾਜਾ ਸਾਡੇ ਨਾਲ ਕੁਸ਼ਤੀ ਜੰਗ ਕਰ, ਜਾਂ ਤੂੰ ਸਾਨੂੰ ਮਾਰਨਾ ਕਰ ਜਾਂ ਅਸੀਂ ਤੈਨੂੰ ਮਾਰਾਂਗੇ। ਇਹ ਜੋ ਜਰਾਸੰਧ ਰਾਜਾ ਕਹਿਣ ਲੱਗਾ, ਭਗਵਾਨ ਕ੍ਰਿਸ਼ਨ ਜੀ ਮੈਂ ਤੁਹਾਡੇ ਨਾਲ ਕੁਸ਼ਤੀ ਨਹੀਂ ਕਰਾਂਗਾ। ਉਹਦਾ ਕਾਰਨ ਇਹ ਹੈ ਕਿ ਮੈਂ 17 ਵਾਰੀ ਤੁਹਾਨੂੰ ਪਹਿਲਾਂ ਹਰਾ ਚੁੱਕਾ। 1 ਵਾਰੀ ਨਹੀਂ, 2 ਵਾਰੀ ਨਹੀਂ, 17 ਵਾਰੀ ਤੁਸੀਂ ਜੰਗ ਦੇ ਵਿੱਚ ਮੇਰੇ ਮੂਹਰੇ ਲਾ ਕੇ ਭੱਜੇ ਹੋ। ਜਿੱਥੇ 17 ਵਾਰੀ ਭੱਜਦਿਆਂ ਤੁਹਾਨੂੰ ਲਾਜ ਨਹੀਂ ਆਈ, ਹੁਣ 18ਵੀਂ ਵਾਰੀ ਵੀ ਤੁਸੀਂ ਭੱਜ ਉੱਠਣਾ ਹੈ। ਇਸ ਕਰਕੇ ਮੈਂ ਤੁਹਾਡੇ ਨਾਲ ਜੰਗ ਨਹੀਂ ਕਰਨਾ ਚਾਹੁੰਦਾ। ਤੇ ਦੂਜੀ ਥਾਂ ਤੇ ਹੁਣ ਕੌਣ ਹੈ? ਅਰਜੁਨ। ਕਹਿਣ ਲੱਗੇ ਜੇ ਸਾਡੇ ਨਾਲ ਜੰਗ ਨਹੀਂ ਕਰਨਾ ਤੇ ਅਰਜੁਨ ਨਾਲ ਜੰਗ ਕਰ। ਉਹਦੇ ਬਾਬਤ ਹੁਣ ਰਾਜਾ ਕੀ ਜਵਾਬ ਦੇ ਰਿਹਾ ਵੀ ਆਪਾਂ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਰਜਨ ਧਨ ਵਿਦਿਆ ਮੈਂ ਮਹਾ। ਸੋ ਉਸ ਵੇਲੇ ਇਹ ਜੋ ਰਾਜਾ ਹੈ ਜਰਾਸੰਧ ਕਹਿਣ ਲੱਗਾ ਵੀ ਇਹ ਜਿਹੜਾ ਅਰਜੁਨ ਹੈ ਨਾ, ਠੀਕ ਹੈ ਸੂਰਮਾ ਹੈ, ਇਸ ਦੇ ਕੋਲ ਤੀਰ ਕਮਾਨ ਦੀ ਵਿਦਿਆ ਹੈ, ਵੀ ਕਮਾਨ ਵਿੱਚੋਂ ਤੀਰ ਚਲਾਉਣੇ ਜਾਣਦਾ, ਦੁਸ਼ਮਣ ਦਾ ਨਿਸ਼ਾਨਾ ਲਾਉਣਾ ਜਾਣਦਾ।
ਬੜਾ ਵੱਡਾ ਆਪਣੇ ਆਪ ਨੂੰ ਸੂਰਮਾ ਕਹਿੰਦਾ ਹੈ। ਸ਼ੋਰਤ ਬਾਣ ਦੂਰ ਰਿਪ ਜਹਾਂ। ਪਰ ਮੈਂ ਇਹਨੂੰ ਵੀ ਸੂਰਮਾ ਨਹੀਂ ਸਮਝਦਾ, ਅਰਜਨ ਨੂੰ ਸੂਰਮਾ ਮੈਂ ਨਹੀਂ ਸਮਝਦਾ, ਜਰਾਸੰਧ ਕਹਿ ਰਿਹਾ। ਫਿਰ ਸਵਾਲ ਕੀਤਾ ਵੀ ਤੂੰ ਕਿਉਂ ਨਹੀਂ ਸਮਝਦਾ? ਕਹਿਣ ਲੱਗਾ ਇਹ ਦੁਸ਼ਮਣ ਦੇ ਉੱਪਰ ਤੀਰ ਚਲਾਉਂਦਾ, ਪਰ ਦੂਰੋਂ ਖੜ ਕੇ ਚਲਾਉਂਦਾ, ਦੂਰੀ ਤੋਂ ਨੇੜੇ ਨਹੀਂ ਜਾਂਦਾ ਦੁਸ਼ਮਣ ਦੇ। ਦੂਰੋਂ ਖਲੋ ਕੇ ਲੁੱਕ ਕੇ ਦੁਸ਼ਮਣ ਨੂੰ ਮਾਰਿਆ ਤੇ ਕੀ ਮਾਰਿਆ? ਦੂਰੋਂ ਖਲੋ ਕੇ ਤੇ ਮਾੜਾ ਵੀ ਤਗੜੇ ਨੂੰ ਮਾਰ ਲਵੇਗਾ। ਗੋਲੀ ਤੇ ਬੰਦੂਕ ਤੇ ਮਾੜੇ ਦੇ ਹੱਥ ਵਿੱਚ ਹੀ ਆ ਤੇ ਤਗੜੇ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ। ਮੈਂ ਇਹਨੂੰ ਸੂਰਮਾ ਨਹੀਂ ਜਾਣਦਾ ਵੀ ਦੂਰੋਂ ਖਲੋ ਕੇ ਗੋਲੀ ਚਲਾਉਂਦਾ ਹੈ, ਇਸ ਕਰਕੇ ਮੈਂ ਇਹਦੇ ਨਾਲ ਜੰਗ ਨਹੀਂ ਕਰਾਂਗਾ। ਬਲ ਮੈਂ ਲਗ ਜਾਣਤ ਹਾਂ ਦੋ। ਮੈਂ ਤੁਹਾਨੂੰ ਦੋਵਾਂ ਨੂੰ ਆਪਣੇ ਯੋਰ ਦੇ ਨਾਲੋਂ ਘੱਟ ਜਾਣਦਾ ਹਾਂ। ਇੱਕ ਤੇ ਅਰਜਨ, ਕਿਉਂਕਿ ਦੂਰੋਂ ਖਲੋ ਕੇ ਤੀਰ ਚਲਾਉਂਦਾ, ਦੁਸ਼ਮਣ ਦੇ ਨੇੜੇ ਨਹੀਂ ਜਾਂਦਾ। ਤੇ ਦੂਜੇ ਹਨ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੂੰ ਵੀ ਜ਼ੋਰ ਦੇ ਵਿੱਚ ਆਪਣੇ ਨਾਲੋਂ ਘੱਟ ਤਾਂ ਸਮਝਦਾ ਹਾਂ ਵੀ 17 ਵਾਰੀ ਮੈਂ ਜੰਗ ਵਿੱਚੋਂ ਤੁਹਾਨੂੰ ਭਜਾ ਚੁੱਕਾ ਹਾਂ, ਦੁੜਾ ਚੁੱਕਾ ਹਾਂ। ਜਿਹੜੇ 17 ਵਾਰੀ ਭੱਜੇ ਨੇ ਮੇਰੇ ਅੱਗੇ ਲਾ ਕੇ, ਇਸ ਕਰਕੇ ਮੈਂ ਦੋਨਾਂ ਨੂੰ ਆਪਣੇ ਤੋਂ ਛੋਟਾ ਸਮਝ ਕੇ ਤੇ ਮੈਂ ਇਹਨਾਂ ਨਾਲ ਜੰਗ ਨਹੀਂ ਕਰਾਂਗਾ। ਹੀਨ ਸਾਥ ਭਟ ਲਰੈ ਨ ਕੋ। ਕਿਉਂਕਿ ਇਹਨਾਂ ਦੇ ਨਾਲ ਜਿਹੜਾ ਸੂਰਮਾ ਹੁੰਦਾ ਨਾ, ਉਹ ਆਪਣੇ ਬਰਾਬਰ ਦੇ ਨਾਲ ਲੜਦਾ ਹੈ। ਜਿਹੜਾ ਬਰਾਬਰ ਤੇ ਤੋਂ ਥੱਲੇ ਵਾਲੇ ਨਾਲ ਲੜੇ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਤੇ ਜਰਾਸੰਧ ਕਹਿ ਰਿਹਾ ਵੀ ਮੈਂ ਆ ਸੂਰਮਾ, ਜੇ ਮੈਂ ਆਪਣੇ ਤੋਂ ਛੋਟਿਆਂ ਨਾਲ ਲੜਾਂਗਾ, ਮਾੜਿਆਂ ਦੇ ਨਾਲ ਲੜਾਂਗਾ ਤੇ ਦੁਨੀਆ ਨੇ ਮੈਨੂੰ ਸੂਰਮਾ ਨਹੀਂ ਕਹਿਣਾ। ਇਸ ਕਰਕੇ ਆਪਣੇ ਤੋਂ ਛੋਟੇ ਨਾਲ ਲੜਨਾ ਮੇਰੇ ਵਾਸਤੇ ਮੇਰੀ ਆਪਣੀ ਬੇਇੱਜ਼ਤੀ ਹੈ, ਮੇਰਾ ਆਪਣਾ ਛੋਟਾ ਪਾਣਾ ਹੈ। ਮੈਂ ਛੋਟਿਆਂ ਦੇ ਨਾਲ ਜੰਗ ਨਹੀਂ ਕਰਦਾ ਹਾਂ। ਕੌਣ ਪੁੱਤਰ ਇੱਕ ਤੁਮੈ ਭਾਰੀ। ਪਰ ਤੁਹਾਡੇ ਵਿੱਚ ਪਵਨ ਪੁੱਤਰ ਕਿਹਨੂੰ ਆਖਿਆ ਹੈ? ਭੀਮ ਸੈਨ ਨੂੰ। ਕਹਿਣ ਲੱਗੇ ਤੁਹਾਡੇ ਤਿੰਨਾਂ ਵਿੱਚ ਇੱਕੋ ਹੀ ਸੂਰਮਾ ਮੈਨੂੰ ਦਿਸਦਾ, ਉਹ ਹੈ ਭੀਮ ਸੈਨ। ਇਹ ਤੁਹਾਡੇ ਸਾਰਿਆਂ ਨਾਲੋਂ ਤਕੜਾ ਹੈ। ਸੋਜੇ ਠਹਿਰੈ ਮੋਹਿ ਅਗਾਰੀ। ਹਾਂ, ਇਹਨੂੰ ਪੁੱਛ ਲਓ ਤੁਸੀਂ ਦੋਨੇ ਜਾਣੇ। ਜਰਾਸੰਧ ਕਹਿ ਰਿਹਾ ਵੀ ਤੁਸੀਂ ਦੋਨੇ ਜਾਣੇ, ਭਗਵਾਨ ਕ੍ਰਿਸ਼ਨ ਜੀ ਤੁਸੀਂ ਅਤੇ ਅਰਜੁਨ ਦੋਨੇ ਜਾਣੇ ਭੀਮ ਸੈਨ ਨੂੰ ਪੁੱਛੋ ਵੀ ਇਹ ਮੇਰੇ ਨਾਲ ਜੇ ਜੰਗ ਕਰਨੀ ਚਾਹਵੇ, ਮੇਰੇ ਨਾਲ ਕੁਸ਼ਤੀ ਕਰਨੀ ਚਾਹਵੇ ਤੇ ਕਰ ਸਕਦਾ, ਇਹਦੀ ਮਰਜ਼ੀ ਹੈ। ਇੱਕੇ ਸਾਥ ਜੁਧ ਮਮ ਹੋਏ। ਮੇਰਾ ਇਹਦੇ ਨਾਲ ਜੰਗ ਹੋਵੇਗਾ, ਮੈਂ ਇਹਨੂੰ ਸੂਰਮਾ ਸਮਝ ਕੇ ਤੇ ਇਹਦੇ ਨਾਲ ਜੰਗ ਕਰ ਸਕਦਾ ਹਾਂ। ਦੇਖੋ ਸਭੈ ਲਰਹਿ ਹਮ ਦੋਏ। ਇਸ ਕਰਕੇ ਮੇਰੀ ਸਾਰੀ ਫੌਜ, ਮੇਰੇ ਸੰਤਰੀ ਮੰਤਰੀ ਵਜ਼ੀਰ ਜਿੰਨੇ ਨੇ ਸਾਰੇ ਵੇਖਣਗੇ। ਦੂਸਰੇ ਪਾਸੇ ਤੋਂ ਤੁਸੀਂ ਵੀ ਵੇਖੋ, ਸਾਰੇ ਜਾਣੇ ਸਾਡੇ ਦੋਵਾਂ ਦਾ ਜੰਗ ਹੁੰਦਾ, ਵੇਖੋ ਮੈਂ ਇਹਦੇ ਨਾਲ ਜੰਗ ਕਰਦਾ ਹਾਂ। ਦੋਹਰਾ ਰਤਨ ਜਟਤ ਸਿਰ ਮੁਕਟ ਕੋ ਭੂਪਤ ਧਰਿਓ ਉਤਾਰ। ਜਰਾਸੰਧ ਰਾਜੇ ਨੇ ਕਹਿਣ ਲੱਗੇ ਜਿਹੜਾ ਸਿਰ ਤੇ ਮੁਕਟ ਰੱਖਿਆ ਸੀ ਨਾ, ਉਹਦੇ ਵਿੱਚ ਹੀਰੇ ਜੜੇ ਹੋਏ ਸਨ। ਹੀਰਿਆਂ ਦਾ ਜੜਿਆ ਹੋਇਆ ਮੁਕਟ, ਜਿਹੜੇ ਹੀਰੇ ਚਮਕਦੇ ਪਏ ਸਨ, ਉਹ ਮੁਕਟ ਆਪਣੇ ਸਿਰ ਤੋਂ ਲਾ ਕੇ ਜਰਾਸੰਧ ਰਾਜੇ ਨੇ ਥੱਲੇ ਰੱਖ ਦਿੱਤਾ ਹੈ। ਜੂੜਾ ਕੇਸਨ ਕੋ ਕਰਿਓ ਦ੍ਰਿੜ ਪਗਿਆ ਕੋ ਦਾ। ਆਪਣੇ ਸਿਰ ਦੇ ਵਾਲਾਂ ਦਾ ਜੂੜਾ ਕੀਤਾ, ਜੂੜਾ ਘੁੱਟ ਕੇ ਕਰਕੇ ਉੱਪਰ ਬੜੀ ਸੋਹਣੀ ਪੱਗ ਬੱਧੀ ਹੈ, ਬੜਾ ਸੋਹਣਾ ਕੱਪੜਾ ਬੱਧਾ। ਉਹਨਾਂ ਸਮਿਆਂ ਦੇ ਵਿੱਚ ਭਾਵੇਂ ਕੋਈ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਕੇਸਾਂ ਨੂੰ ਨਹੀਂ ਸੀ ਕੱਟਿਆ ਜਾਂਦਾ। ਕੇਸ ਉਹਦੇ ਕੱਟੇ ਜਾਂਦੇ ਸਨ ਜਿਹਨੂੰ ਸਿਰ ਲਾਉਣ ਤੋਂ ਵੀ ਮਾੜੀ ਸਜ਼ਾ ਦੇਣੀ ਹੋਵੇ। ਕਿਸੇ ਨੇ ਕੋਈ ਗੁਨਾਹ ਕੀਤਾ ਨਾ, ਪਾਪ ਕੀਤਾ, ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਵੀ ਇਹਦਾ ਸਿਰ ਵੱਢ ਦਿੱਤਾ ਜਾਵੇ, ਮਾਰ ਦਿੱਤਾ ਜਾਵੇ। ਪਰ ਜੇ ਕਿਸੇ ਨੇ ਉਸ ਤੋਂ ਵੀ ਵੱਡਾ ਅਪਰਾਧ ਕੀਤਾ ਹੁੰਦਾ ਤੇ ਫਿਰ ਉਹਨੂੰ ਕਹਿੰਦੇ ਸੀ ਵੀ ਇਹਨੂੰ ਮਾਰੋ ਨਾ, ਇਹਦੇ ਸਿਰ ਦੇ ਵਾਲ ਕੱਟ ਦਿਓ, ਦੁਨੀਆ ਲਾਹਣਤਾਂ ਪਾ ਪਾ ਕੇ ਇਹਨੂੰ ਮਾਰ ਦੇਵੇ। ਇਸ ਕਰਕੇ ਉਹਨਾਂ ਸਮਿਆਂ ਵਿੱਚ ਲੋਕ ਆਪਣੇ ਸਿਰ ਦੇ ਵਾਲ ਨਹੀਂ ਸਨ ਕੱਟਦੇ, ਲਾਹਣਤਾਂ ਸਮਝੀਆਂ ਜਾਂਦੀਆਂ ਸਨ ਵੀ ਇਹਨੇ ਵੱਡਾ ਕੋਈ ਪਾਪ ਕੀਤਾ, ਕੋਈ ਗੁਨਾਹ ਕੀਤਾ, ਤਾਂ ਇਹਦੇ ਸਿਰ ਦੇ ਵਾਲ ਵੱਢੇ ਨੇ। ਤੇ ਕਹਿਣ ਲੱਗੇ ਜਰਾਸੰਧ ਰਾਜੇ ਨੇ ਆਪਣੇ ਸਿਰ ਦੇ ਵਾਲਾਂ ਦਾ ਜੂੜਾ ਕੀਤਾ, ਸਿਰ ਤੇ ਬੜਾ ਸੋਹਣਾ ਕੱਪੜਾ ਬੰਨ੍ਹ ਕੇ, ਪੱਗ ਬੰਨ੍ਹ ਕੇ ਤਿਆਰ ਹੋਇਆ ਹੈ। ਚੌਪਈ ਕੱਟ ਕਹੋ ਕਸ ਕੇ ਹੋਇਓ ਤਿਆਰ। ਆਪਣੇ ਲੱਕ ਦੇ ਨਾਲ ਬੜਾ ਸੋਹਣਾ ਕਮਰ ਕੱਸਾ ਕੀਤਾ ਤੇ ਕਮਰ ਕੱਸਾ ਕਰਕੇ ਤਿਆਰ ਹੋਇਆ ਹੈ। ਗਰਜੋ ਭੈਰਵ ਸ਼ਬਦ ਉਦਾਰ। ਤੇ ਕਹਿਣ ਲੱਗੇ ਬੜਾ ਭਿਆਨਕ ਸ਼ਬਦ, ਜਿਸ ਤਰ੍ਹਾਂ ਆਪਾਂ ਕਹਿੰਦੇ ਆਂ ਵੀ ਲਲਕਾਰਾ ਮਾਰ ਕੇ, ਬੜਕ ਮਾਰ ਕੇ ਰਾਜਾ ਜਿਹੜਾ ਨਾ ਉੱਠਿਆ, ਆਪਣੇ ਆਪ ਨੂੰ ਤਿਆਰ ਕਰਕੇ ਜੰਗ ਕਰਨ ਵਾਸਤੇ ਤਿਆਰ ਹੋ ਕੇ ਅੱਗੇ ਵਧਿਆ ਹੈ। ਭੀਮ ਸੈਨ ਇਤ ਭਇਓ ਸੁਚੇਤ। ਇਧਰੋਂ ਭੀਮ ਸੈਨ ਜਿਹੜਾ ਭਗਵਾਨ ਕ੍ਰਿਸ਼ਨ ਜੀਆਂ ਦੇ ਨਾਲ ਗਿਆ, ਕਹਿਣ ਲੱਗੇ ਵੀ ਜੰਗ ਕਰਨ ਵਾਸਤੇ ਤਿਆਰ ਹੋਇਆ ਹੈ। ਹੋਕੇ ਭੁਜਾ ਦੰਡ ਰਣ ਰੇ। ਤੇ ਦੋਨੇ ਜਾਣੇ ਆਪੋ ਆਪਣੀਆਂ ਬਾਹਾਂ ਨੂੰ ਪਰਖਣ ਵਾਸਤੇ, ਜ਼ੋਰ ਨੂੰ ਪਰਖਣ ਵਾਸਤੇ
ਡੰਡ ਬੈਠਕਾਂ ਵਗੈਰਾ ਕੱਢਦੇ ਹਨ। ਕ੍ਰੋਧ ਭਰੇ ਦੋਨੋਂ ਬਲਵਾਨ, ਕਹਿਣ ਲੱਗੇ ਦੋਨੇ ਸੂਰਮੇ ਬਹੁਤ ਜ਼ਿਆਦਾ ਕ੍ਰੋਧ ਦੇ ਭਰੇ ਹੋਏ ਹਨ। ਭਰੇ ਪਰਸਪਰ ਮਹਾ ਭਿਆਨ, ਤੇ ਆਪਸ ਵਿੱਚ ਦੋਨੇ ਜਾਣੇ ਉਸ ਵੇਲੇ ਭਿੜ ਪੈ ਲੜਨ ਵਾਸਤੇ। ਪ੍ਰਥਮ ਪ੍ਰਹਾਰ ਮੁਸ਼ਟ ਕੇ ਕਰੇ, ਇਹਨਾਂ ਨੇ ਜਿਹੜੀ ਕੁਸ਼ਤੀ ਹੈ ਨਾ ਸ਼ੁਰੂ ਇੱਥੋਂ ਕੀਤੀ ਹੈ। ਪਹਿਲਾਂ ਮੁਕੀਆਂ ਦੇ ਵਾਰ, ਇੱਕ ਦੂਜੇ ਨੂੰ ਮੁਕੀਆਂ ਮਾਰ ਮਾਰ ਕੇ ਥੱਲੇ ਸੁੱਟਣਾ, ਮੁਕੀਆਂ ਮਾਰਦੇ ਬੜੇ ਜ਼ੋਰ ਦੇ ਨਾਲ। ਉਠਿਓ ਸ਼ਬਦ ਜਿਵੇਂ ਲੋਹਾ ਘਰੇ, ਜਦੋਂ ਇੱਕ ਜਾਣਾ ਦੂਜੇ ਨੂੰ ਮੁਕੀ ਮਾਰਦਾ, ਧੱਫਾ ਮਾਰਦਾ, ਤੇ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਜਿਵੇਂ ਲੋਹੇ ਦਾ ਕੋਈ ਵੱਡਾ ਵਦਾਨ ਆ ਕੇ ਵੱਜਦਾ ਨਾ, ਲੋਹੇ ਦੇ ਉੱਪਰ ਤੇ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਇਹਨਾਂ ਦੀਆਂ ਮੁਕੀਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ। ਮਨੋ ਭ੍ਰਿਖਬ ਅਤ ਭਲੀ ਭਰੇ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਦੋ ਬਲਦ, ਦੋ ਬੈਲ ਜਾਂ ਦੋ ਸਾਹਣ ਜਿਹੜੇ ਨੇ ਬੜੇ ਗੁੱਸੇ ਦੇ ਨਾਲ ਇੱਕ ਦੂਜੇ ਨੂੰ ਭੱਜ ਭੱਜ ਕੇ ਪੈਂਦੇ, ਸਿੰਘ ਮਾਰ ਮਾਰ ਕੇ ਲੜਦੇ। ਮੰਨ ਲਓ ਵੀ ਦੋ ਸਾਹਣ ਆਪਸ ਵਿੱਚ ਜਿਵੇਂ ਲੜਦੇ ਜੰਗ ਕਰਦੇ ਹਨ। ਜਿਮ ਕੁੰਚਰ ਕਰ ਕੋਪ ਲਰੇ ਜਾਂ ਹਨ। ਫਿਰ ਇਸ ਤਰ੍ਹਾਂ ਕਹਿ ਲਈਏ ਵੀ ਦੋ ਹਾਥੀ ਗੁੱਸੇ ਵਿੱਚ ਆ ਜਾਣ ਤੇ ਇੱਕ ਦੂਜੇ ਨੂੰ ਸੁੰਡ ਦੇ ਨਾਲ ਜਾਂ ਟੱਕਰਾਂ ਮਾਰ ਮਾਰ ਕੇ ਹਾਥੀ ਥੱਲੇ ਸੁੱਟਦੇ। ਕਹਿਣ ਲੱਗੇ ਬਸ ਇਸੇ ਤਰ੍ਹਾਂ ਦੋ ਹਾਥੀ ਲੜਦੇ ਵੇਖ ਲਓ, ਦੋ ਸਾਹਣ ਲੜਦੇ ਵੇਖ ਲਓ, ਜਾਂ ਫਿਰ ਇਹ ਦੋਨੇ ਜਾਣੇ ਜਰਾਸੰਧ ਰਾਜਾ ਤੇ ਭੀਮਸੈਨ ਲੜਦੇ ਵੇਖ ਲਓ, ਇੱਕੋ ਵਰਗਾ ਇਹਨਾਂ ਦਾ ਜੰਗ ਹੋ ਰਿਹਾ ਹੈ। ਲਪਟ ਗਏ ਅੰਗਨ ਸੋ ਅੰਗ, ਇੱਕ ਦੂਜੇ ਨੂੰ ਜੱਫਾ ਪਾ ਕੇ ਤੇ ਥੱਲੇ ਧਰਤੀ ਤੇ ਸੁੱਟਦੇ ਹਨ। ਪਾਏ ਰੂਪੈ ਬਲ ਕੇ ਸੰਗ, ਆਪੋ ਆਪਣੇ ਪੈਰ ਜਿਹੜੇ ਨੇ ਉਹਨਾਂ ਨੂੰ ਰੋਕਦੇ ਨੇ ਵੀ ਮੈਂ ਫਿਸਲ ਨਾ ਜਾਵਾਂ, ਤਿਲਕ ਨਾ ਜਾਵਾਂ, ਡਿੱਗ ਨਾ ਜਾਵਾਂ, ਤੇ ਇੱਕ ਦੂਜੇ ਦੇ ਪੈਰਾਂ ਦੇ ਨਾਲ ਜ਼ੋਰ ਲਾਉਂਦੇ ਹਨ। ਕਬੈ ਭੀਮ ਕੋ ਭੂਪਤ ਘਾਵੈ, ਕਹਿਣ ਲੱਗੇ ਵੀ ਕਦੇ ਉਹ ਜਿਹੜਾ ਜਰਾਸੰਧ ਰਾਜਾ ਨਾ ਬੜੇ ਜ਼ੋਰ ਵਾਲਾ ਹੈ, ਭੀਮਸੈਨ ਨੂੰ ਧੱਕ ਕੇ ਇੱਕ ਪਾਸੇ ਲੈ ਜਾਂਦਾ ਹੈ। ਕਬੈ ਭੂਪ ਕੋ ਭੀਮ ਲਜਾਵੇ, ਤੇ ਕਦੇ ਕਹਿਣ ਲੱਗੇ ਭੀਮਸੈਨ ਦਾ ਜ਼ੋਰ ਚੱਲਦਾ ਤੇ ਰਾਜੇ ਜਰਾਸੰਧ ਨੂੰ ਧੱਕ ਕੇ ਦੂਜੇ ਬੰਨੇ ਲਾ ਦਿੰਦਾ ਹੈ। ਕਬਹੂ ਸੀਸ ਪਰ ਮਾਰੇ, ਤੇ ਕਦੇ ਇੱਕ ਦੂਜੇ ਨੂੰ ਸਿਰ ਦੇ ਨਾਲ ਸਿਰ ਮਾਰਦੇ ਨੇ। ਇੰਨੇ ਗੁੱਸੇ ਵਿੱਚ ਆ ਗਏ ਸੂਰਮੇ ਭੀਮਸੈਨ ਤੇ ਜਰਾਸੰਧ ਵੀ ਇੱਕ ਦੂਜੇ ਨਾਲ ਸਿਰ ਦੇ ਨਾਲ ਸਿਰ ਮਾਰ ਕੇ ਟੱਕਰ ਮਾਰਦੇ ਹਨ। ਘੋਰ ਨਾਦ ਕੋ ਦੋ ਉਚਾਰੇ, ਤੇ ਕਹਿਣ ਲੱਗੇ ਦੋਨਾਂ ਜਾਣਿਆਂ ਦੇ ਮੂੰਹ ਦੇ ਵਿੱਚੋਂ ਬੜੇ ਬੜੇ ਭਿਆਨਕ ਸ਼ਬਦ ਜਿਹੜੇ ਨੇ ਇੱਕ ਦੂਜੇ ਨੂੰ ਲਲਕਾਰਦਿਆਂ ਹੋਇਆਂ ਕਹਿੰਦੇ ਹਨ। ਸੁਣ ਕਰ ਲੋਕ ਨਗਰ ਕੇ ਸਾਰੇ, ਕਹਿਣ ਲੱਗੇ ਵੀ ਇਹ ਪਟਨਾ ਸਾਹਿਬ ਜਿਹੜਾ ਸ਼ਹਿਰ ਹੈ ਨਾ, ਇੱਥੋਂ ਦੇ ਜਿੰਨੇ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਜੰਗ ਹੁੰਦਾ ਪਿਆ, ਸਾਡਾ ਰਾਜਾ ਜਰਾਸੰਧ ਲੜਦਾ ਪਿਆ, ਕਹਿਣ ਲੱਗੇ ਪਟਨੇ ਦੇ ਸਾਰੇ ਸ਼ਹਿਰ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਹਨ। ਚਿੰਤਾ ਤੁਰ ਤਰਾਸ ਤੋਂ ਭਰੇ, ਬੜੀ ਚਿੰਤਾ ਦੇ ਸਹਿਤ ਨੇ, ਬਹੁਤ ਜ਼ਿਆਦਾ ਡਰ ਮਨ ਦੇ ਵਿੱਚ ਹੈ। ਸੁਬਟ ਪੁਰਖ ਬਾਲਕ ਅਰ ਜਵਾਨ, ਭਾਵੇਂ ਕੋਈ ਸੂਰਮਾ ਹੈ, ਭਾਵੇਂ ਕੋਈ ਬੁੱਢਾ ਹੈ, ਭਾਵੇਂ ਕੋਈ ਜਵਾਨ ਹੈ, ਜਾਂ ਕੋਈ ਬੱਚਾ ਹੈ, ਕੋਈ ਵੀ ਆਪਣੇ ਘਰ ਵਿੱਚ ਨਹੀਂ ਰਿਹਾ। ਸਾਰੇ ਜਾਣੇ ਇਹਨਾਂ ਦਾ ਜੰਗ ਵੇਖਣ ਵਾਸਤੇ ਆ ਗਏ ਹਨ। ਬ੍ਰਿਧ ਨਰ ਆਏ ਨਾਰ ਤਿਸਥਾਨ, ਕਹਿਣ ਲੱਗੇ ਬੁੱਢੇ ਅਤੇ ਇਸੇ ਤਰ੍ਹਾਂ ਇਸਤਰੀਆਂ ਵੀ ਜਿਹੜੀਆਂ ਨੇ ਉਸ ਅਖਾੜੇ ਕੋਲ ਪਹੁੰਚ ਗਈਆਂ ਜਿੱਥੇ ਜਰਾਸੰਧ ਭੀਮਸੈਨ ਦੇ ਨਾਲ ਲੜਦਾ ਹੈ। ਅੰਦਰ ਮੰਦਰ ਪਰ ਚੜ ਕਰਕੇ, ਕੁਝ ਲੋਕ ਆਪਣੇ ਘਰ ਦੀਆਂ ਛੱਤਾਂ ਦੇ ਉੱਪਰ, ਚੁਬਾਰਿਆਂ ਦੇ ਉੱਪਰ ਜਾਂ ਅਟਾਰੀਆਂ ਦੇ ਉੱਪਰ ਚੜ ਚੜ ਕੇ ਉੱਪਰੋਂ ਵੇਖਦੇ ਪਏ ਵੀ ਇਹ ਕੁਸ਼ਤੀ ਕਿਵੇਂ ਕਰਦੇ ਹਨ। ਚਿੰਤਾ ਤੁਰ ਭੈ ਧਰੈ ਨਿਹਰ ਕੇ, ਤੇ ਕਈ ਚਿੰਤਾ ਦੇ ਵਿੱਚ ਨੇ ਵੀ ਕਿਤੇ ਸਾਡਾ ਰਾਜਾ ਜਰਾਸੰਧ ਨਾ ਮਰ ਜਾਵੇ, ਤੇ ਕੋਈ ਭੈ ਡਰ ਦੇ ਸਮੇਤ ਇਸ ਤਰ੍ਹਾਂ ਵੇਖਦੇ ਪਏ ਹਨ। ਮਹਾ ਭੀੜ ਚਾਰੋ ਦਿਸ਼ ਵਾਹੇ, ਕਹਿਣ ਲੱਗੇ ਵੀ ਚਾਰ ਛਫੇਰਿਆਂ ਦੀਆਂ ਬਹੁਤੀਆਂ ਭੀੜਾਂ ਜਿਹੜੀਆਂ ਨੇ ਲੋਕਾਂ ਦੀਆਂ ਵੇਖਣ ਵਾਸਤੇ ਆਈਆਂ ਹਨ। ਦੇਖੈ ਸੰਗਰ ਕਿਤਕ ਅਮਾਹੇ, ਤੇ ਬੜੇ ਉਮਾਹਾਂ ਦੇ ਨਾਲ, ਉਤਸ਼ਾਹ ਦੇ ਨਾਲ ਸੂਰਮੇ ਜੰਗ ਵੇਖਦੇ ਹਨ। ਨਿਕਟ ਭੀੜ ਬਹੁ ਪੰਛੀ ਦੇਖ, ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤ ਜ਼ਿਆਦੀ ਭੀੜ, ਬਹੁਤੇ ਲੋਕ ਕੋਲ ਪਹੁੰਚੇ ਵੇਖ ਕੇ ਤਾਜ ਰਣ ਕੀਨੇ ਦੂਰ ਅਸ਼ੇਖ, ਤੇ ਉਸ ਵੇਲੇ ਆਪਣੇ ਮੈਦਾਨ ਭੂਮੀ ਤੋਂ ਇਹਨਾਂ ਨੂੰ ਦੂਰ ਕਰ ਦਿੱਤਾ ਵੀ ਤੁਸੀਂ ਭਾਈ ਦੂਰ ਹੋ ਕੇ ਜੰਗ ਨੂੰ ਵੇਖਣਾ ਕਰੋ। ਇੰਦਰ ਬ੍ਰਿਤਾਸੁਰ ਜਨ ਦੇ ਲਰੇ, ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਇੰਦਰ ਅਤੇ ਬ੍ਰਿਤਾਸੁਰ ਨਾਮ ਦਾ ਇੱਕ ਦੈਂਤ, ਜਿਸ ਤਰ੍ਹਾਂ ਉਹ ਆਪਸ ਵਿੱਚ ਲੜਦੇ ਹਨ। ਦੋਨੋਂ ਮੈਦ ਬੀਰ ਬਲ ਕਰੇ, ਇਸੇ ਤਰ੍ਹਾਂ ਕਹਿਣ ਲੱਗੇ ਵੀ ਦੋਨੇ ਜਾਣੇ ਸੂਰਮੇ ਬਹੁਤਾ ਬਲ ਕਰਕੇ ਲੜਦੇ ਹਨ। ਜਨ ਕੇ ਹਰ ਕਰ ਕੋਪ ਵਿਸਾਲਾ, ਤੇ ਜਾਂ ਫਿਰ ਇਸ ਤਰ੍ਹਾਂ ਸਮਝ ਲਓ ਵੀ ਦੌਰ ਜਿਹੜੇ ਬੱਬਰ ਸ਼ੇਰ ਨੇ, ਜੰਗਲ ਦੇ ਵੱਡੇ ਸ਼ੇਰ ਨੇ, ਜਿਹੜੇ ਆਪਣੇ ਆਪ ਨੂੰ ਰਾਜਾ ਹੋਣ ਦਾ ਦਾਅਵਾ ਕਰਨ ਵਾਸਤੇ ਆਪਸ ਵਿੱਚ ਜਿਵੇਂ ਇੱਕ ਦੂਜੇ ਤੇ ਹਮਲਾ ਕਰਦੇ ਹਨ। ਲੜੈ ਪਰਸਪਰ ਜਦ ਕਰਲ, ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਦੋਨੇ ਜਾਣੇ ਬੜਾ ਭਿਆਨਕ ਇੱਕ ਦੂਜੇ ਨਾਲ ਲੜਦੇ ਹਨ। ਇਸ ਪ੍ਰਕਾਰ ਜੂਝੇ ਬਰਿਆਰ, ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਜਿਹੜੇ ਸੂਰਮੇ ਨੇ ਨਾ, ਬਲ ਵਾਲੇ, ਇੱਕ ਦੂਜੇ ਨਾਲ ਜੰਗ ਕਰਦੇ ਪਏ। ਬੀਤੇ ਦਿਨ ਲੜਤੇ 10 4, ਤੇ ਕਹਿਣ ਲੱਗੇ ਵੀ ਇਹਨਾਂ ਨੂੰ ਉਸ ਵੇਲੇ ਲੜਦਿਆਂ 14 ਦਿਨ ਲੰਘ ਗਏ। ਗੁਰਮੁਖੋ ਇੱਕ ਦਿਨ ਦਾ ਘੋਲ ਨਹੀਂ ਹੋਇਆ, ਇੱਕ ਦਿਨ ਦੀ ਕੁਸ਼ਤੀ ਨਹੀਂ ਹੈ। ਜਰਾਸੰਧ ਰਾਜੇ ਨੂੰ ਭੀਮਸੈਨ ਨੂੰ ਲੜਦਿਆਂ 14 ਦਿਨ ਲੱਗ ਗਏ। 14 ਦਿਨ ਹੀ ਘੁਲਦੇ ਰਹੇ ਇੱਕ ਦੂਜੇ ਦੇ ਨਾਲ, ਦਿਨੇ ਰਾਤ ਇੱਕ ਦੂਜੇ ਦੇ ਨਾਲ ਡਟੇ ਰਹੇ, ਲੜਦੇ ਰਹੇ।
ਕੁਸ਼ਤੀ ਕਰਦਿਆਂ ਕਰਦਿਆਂ 14 ਦਿਨ ਬਤੀਤ ਹੋ ਗਏ ਹਨ। ਦੇਖਤ ਸ਼੍ਰੀ ਪ੍ਰਭ ਤਿਨ ਕੀ ਓਰਾ। ਤੇ ਕਹਿਣ ਲੱਗੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਵੇਖਦੇ ਪਏ ਇਹਨਾਂ ਦੀ ਕੁਸ਼ਤੀ ਨੂੰ, ਇਹਨਾਂ ਦੇ ਜਗ ਨੂੰ ਵੇਖਦੇ ਹਨ। ਜਰਾਸੰਧ ਕੋ ਪਿਖ ਬਲ ਥੋਰਾ। ਤੇ ਉਸ ਵੇਲੇ ਜਰਾਸੰਧ ਜਿਹੜਾ ਹੈ ਨਾ ਉਹਦਾ ਬਲ ਵੇਖਿਆ ਵੀ ਇਹਦੇ ਵਿੱਚ ਥੋੜਾ ਬਲ ਨਹੀਂ ਹੈ, ਜਰਾਸੰਧ ਵਿੱਚ ਬਹੁਤ ਜ਼ਿਆਦਾ ਜ਼ੋਰ, ਬੜੀ ਤਾਕਤ ਹੈ। ਨਿਕਟ ਭੀਮ ਕੇ ਸੈਨ ਬੁਝਾਈ। ਉਸ ਵੇਲੇ ਭੀਮ ਸੈਨ ਨੂੰ ਕੋਲ ਬੁਲਾ ਕੇ ਤੇ ਸੈਨਤ ਦੇ ਨਾਲ, ਕਿਉਂਕਿ ਉਸ ਵੇਲੇ ਦਾ ਇਹ ਕਾਨੂੰਨ ਬਣਾਇਆ ਗਿਆ ਸੀ ਵੀ ਅਸੀਂ ਦੋਨੇ ਜਾਣੇ ਜੰਗ ਕਰਾਂਗੇ, ਕੁਸ਼ਤੀ ਕਰਾਂਗੇ, ਪਰ ਸਾਡੇ ਵਿੱਚ ਕੋਈ ਦੂਜਾ ਬੰਦਾ ਦਖਲ ਨਹੀਂ ਦੇਵੇਗਾ। ਹੁਣ ਭਗਵਾਨ ਕ੍ਰਿਸ਼ਨ ਜੀ ਉਹਨੂੰ ਦੱਸ ਨਹੀਂ ਸਨ ਸਕਦੇ ਵੀ ਇਹਨੇ ਮਰਨਾ ਕਿਵੇਂ ਹੈ, ਪਰ ਦੂਰੋਂ ਬੈਠਿਆ ਨਾ ਅੱਖ ਦਾ ਇਸ਼ਾਰਾ ਦੇ ਕੇ ਤੇ ਸੈਨਤ ਦੇ ਨਾਲ ਫਿਰ ਸਮਝਾਉਣ ਲੱਗੇ ਹਨ। ਭਇਓ ਸ਼ਰਮਤ ਰਿਪ ਦਿਓ ਬਿਨਸਾਈ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀਆਂ ਨੇ ਫਿਰ ਸੈਨਤ ਦੇ ਨਾਲ ਸਮਝਾਇਆ ਵੀ ਇਸ ਵੇਲੇ ਰਾਜਾ ਥੱਕ ਗਿਆ ਹੈ ਤੇ ਹੁਣ ਮੌਕੇ ਦਾ ਫਾਇਦਾ ਉਠਾ ਕੇ ਤੇ ਇਸ ਨੂੰ ਮਾਰ ਦੇਣਾ ਕਰ। ਦੇਰ ਨਾ ਕਰੋ ਮਾਰ ਇਸ ਲਿਓ। ਇਸ ਕਰਕੇ ਦੇਰੀ ਨਾ ਕਰੋ ਤੇ ਛੇਤੀ ਨਾਲ ਮਾਰ ਲੈਣਾ ਕਰੋ। ਨਿਜ ਪੱਖ ਕੋ ਨਿਰਭੈਤਾ ਦੇਹੋ। ਤੇ ਆਪਣਾ ਪੱਖ ਜਿੱਤਣ ਵਾਸਤੇ ਤੇ ਨਿਡਰ ਹੋਣਾ ਕਰ ਜੀ। ਸਮਝ ਭੀਮ ਨੇ ਕਹਿਓ ਬੁਝਾਈ। ਕਹਿਣ ਲੱਗੇ ਭੀਮ ਸੈਨ ਸਮਝ ਗਿਆ ਤੇ ਉਸ ਵੇਲੇ ਉਸਨੇ ਫਿਰ ਸਮਝਾ ਕੇ ਫਿਰ ਕਿਮ ਨਿਰਵਲ ਇਸ ਲਖਿਓ ਗੁਸਾਈ। ਉਹਨੇ ਫਿਰ ਅੱਗੋਂ ਸੈਨਤ ਦੇ ਨਾਲ ਇਸ਼ਾਰੇ ਦੇ ਨਾਲ ਸਵਾਲ ਕੀਤਾ, ਭਗਵਾਨ ਜੀ ਤੁਸੀਂ ਆਖਦੇ ਹੋ ਵੀ ਥੱਕ ਗਿਆ ਤੇ ਮੈਂ ਮਾਰ ਲਵਾਂ, ਪਰ ਤੁਸੀਂ ਕਿਵੇਂ ਸਮਝ ਗਿਆ ਵੀ ਇਹ ਥੱਕ ਗਿਆ ਹੈ, ਜਾਂ ਇਹ ਕਿਵੇਂ ਸਮਝਦੇ ਹੋ ਵੀ ਇਹ ਇਸ ਵੇਲੇ ਥੱਕਿਆ ਹੋਇਆ, ਜਾਂ ਇਹਦੇ ਵਿੱਚ ਜ਼ੋਰ ਘੱਟ ਹੈ, ਤੁਸੀਂ ਇਸ ਗੱਲ ਨੂੰ ਕਿਵੇਂ ਸਮਝਿਆ ਹੈ? ਅੰਗ ਅੰਗ ਮੇਰੋ ਥੱਕ ਗਏ। ਪਰ ਇਹ ਉਸ ਵੇਲੇ ਭੀਮ ਸੈਨ ਕਹਿਣ ਲੱਗਾ ਅਸਲ ਵਿੱਚ ਭਗਵਾਨ ਕ੍ਰਿਸ਼ਨ ਜੀ ਮੇਰਾ ਸਰੀਰ ਥੱਕ ਗਿਆ, ਇਹਦੇ ਨਾਲ ਜੰਗ ਕਰਦਿਆਂ ਕਰਦਿਆਂ ਮੈਂ ਤੇ ਆਪ ਥੱਕ ਗਿਆ ਹਾਂ। ਅੱਗੇ ਹੋਵੋ ਧੀਰ ਨਾ ਪਇਓ। ਤੇ ਮੇਰਾ ਹੁਣ ਧੀਰਜ ਨਹੀਂ ਪੈਂਦਾ ਵੀ ਮੈਂ ਇਹਦੇ ਅੱਗੇ ਹੋ ਕੇ ਕਿਵੇਂ ਲੜਾਂ, ਜਾਂ ਮੈਂ ਇਹਦੇ ਨਾਲ ਜੰਗ ਕਿਵੇਂ ਕਰਨਾ ਕਰਾਂ। ਭਰਾ ਕਰਮ ਮੋਹ ਮੈਂ ਰਹਿਓ ਨਾ ਭਾਰੀ। ਮੇਰੇ ਵਿੱਚ ਹੁਣ ਜ਼ੋਰ ਨਹੀਂ ਰਹਿ ਗਿਆ। ਭੀਮ ਸੈਨ ਆਪ ਕਹਿਣ ਲੱਗ ਪਿਆ ਵੀ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਰਹਿ ਗਈ ਵੀ ਹੁਣ ਮੈਂ ਇਹਦੇ ਉੱਤੇ ਵਾਰ ਕਰਾਂ ਜਾਂ ਇਸ ਰਾਜੇ ਨੂੰ ਮਾਰਨਾ ਕਰਾਂ। ਕਰ ਤੋ ਜੁਧ ਸ਼ਰਮਤ ਤਨ ਭਾਰੀ। ਜੰਗ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਥੱਕ ਗਿਆ ਹਾਂ। ਮਹਾਬਾਲੀ ਇਹ ਅਗਰ ਖਰੋਵਾ। ਇਹ ਬਹੁਤ ਜ਼ਿਆਦਾ ਵੱਡਾ ਸੂਰਮਾ ਹੈ ਜਿਹੜਾ ਮੇਰੇ ਸਾਹਮਣੇ ਖਲੋਤਾ ਹੋਇਆ ਹਾਰਨ ਦਾ ਨਾਂ ਨਹੀਂ ਲੈਂਦਾ ਹੈ। ਤੁਮ ਕੈਸੇ ਇਹ ਨਿਰਵਲ ਜੋਵਾ। ਤੇ ਇਸ ਵੇਲੇ ਭਗਵਾਨ ਜੀ ਦੱਸੋ ਵੀ ਤੁਸੀਂ ਇਹਨੂੰ ਕਿਵੇਂ ਕਮਜ਼ੋਰ ਕਹਿੰਦੇ ਹੋ, ਮਾੜਾ ਕਿਵੇਂ ਕਹਿੰਦੇ ਹੋ, ਇਹ ਤੇ ਬਹੁਤ ਵੱਡਾ ਸੂਰਮਾ ਹੈ। ਭੀਮ ਸੈਨ ਤੇ ਸੁਣਤ ਬਖਾਨਾ। ਜਦੋਂ ਭਗਵਾਨ ਕ੍ਰਿਸ਼ਨ ਜੀਆਂ ਨੇ ਸੁਣਿਆ ਨਾ ਭੀਮ ਸੈਨ ਦੇ ਕੋਲੋਂ ਵੀ ਇਹ ਭੀਮ ਸੈਨ ਕਹਿ ਰਿਹਾ ਵੀ ਮੈਂ ਥੱਕ ਗਿਆ ਪਰ ਮੇਰਾ ਦੁਸ਼ਮਣ ਨਹੀਂ ਥੱਕਿਆ, ਤੇ ਇਹ ਗੱਲ ਸੁਣ ਕੇ ਫਿਰ ਕਹਿਣ ਲੱਗੇ ਹਨ ਪਵਨ ਪੁੱਤਰ ਤੂੰ ਬਲੀ ਮਹਾਨਾ। ਕਹਿਣ ਲੱਗੇ ਹੈ ਪਵਨ ਪੁੱਤਰ ਭੀਮ ਸੈਨ ਤੂੰ ਬਹੁਤ ਜ਼ਿਆਦਾ ਤਾਕਤਵਰ ਹੈ। ਐਸੇ ਤੁਝ ਕੋ ਨਾ ਬਨ ਆਏ। ਇਹੋ ਜੀਆਂ ਗੱਲਾਂ ਵੀ ਮੈਂ ਥੱਕ ਗਿਆ, ਮੇਰੇ ਕੋਲੋਂ ਹੁਣ ਕੁਸ਼ਤੀ ਜੰਗ ਨਹੀਂ ਹੁੰਦਾ ਹੈ, ਇਹ ਗੱਲਾਂ ਤੇਰੇ ਵਰਗੇ ਸੂਰਮਿਆਂ ਨੂੰ ਕਹਿਣੀਆਂ ਬਣਦੀਆਂ ਨਹੀਂ ਹਨ। ਕਰ ਉਤਸ਼ਾਹ ਮਹਾਬਲ ਲਾਏ। ਇਸ ਕਰਕੇ ਉਤਸ਼ਾਹ ਕਰੋ, ਆਪਣੇ ਵਿੱਚ ਹੋਰ ਜੋਸ਼ ਨੂੰ ਭਰੋ ਤੇ ਜੋਸ਼ ਭਰ ਕੇ ਹੋਰ ਜ਼ੋਰ ਲਾ ਕੇ ਇਹਦੇ ਨਾਲ ਜੰਗ ਕਰਨਾ ਕਰੋ। ਜਰਾਸੰਧ ਕੋ ਜੀਤੈ ਰਣ ਮੈਂ। ਕਿਉਂਕਿ ਇਸ ਜਰਾਸੰਧ ਰਾਜੇ ਨੂੰ ਆਪਾਂ ਜੰਗ ਦੇ ਵਿੱਚ ਜਿੱਤਣਾ ਹੈ। ਇਮ ਨਿਸ਼ਚੈ ਰੱਖੋ ਕਰਮਨ ਮੈਂ। ਤੇ ਇਹ ਨਿਸ਼ਚਾ ਰੱਖ, ਆਪਣੇ ਮਨ ਵਿੱਚ ਭਰੋਸਾ ਰੱਖ ਤੇ ਤਾਂ ਤੂੰ ਜਿੱਤ ਸਕਦਾ ਹੈ। ਇੱਕ ਤ੍ਰਿਣ ਲੈ ਕਰ ਕਰ ਘਨ ਸ਼ਿਆਮ। ਲੱਗੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀਆਂ ਨੇ ਇੱਕ ਤੀਲਾ ਲੈ ਕੇ ਨਾ ਆਪਣੇ ਹੱਥ ਵਿੱਚ ਕੱਖ ਲੈ ਕੇ ਉਸ ਵੇਲੇ ਕਰੈ ਇਸ਼ਾਰਤ ਲੋਚਨ ਬਾਮ। ਤੇ ਆਪਣੇ ਨੇਤਰਾਂ ਦਾ ਇਸ਼ਾਰਾ ਦੇ ਕੇ ਸਮਝਾਇਆ, ਕਿਉਂਕਿ ਭੀਮ ਸੈਨ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਸ ਜਰਾਸੰਧ ਰਾਜੇ ਨੂੰ ਮਾਰਨਾ ਕਿਵੇਂ ਹੈ। ਕਹਿਣ ਲੱਗੇ ਉਸ ਵੇਲੇ ਸਫੈਦੇ ਦਾ ਪੱਤਾ ਇੱਕ ਪੈਰਾਂ ਦੇ ਵਿੱਚ ਡਿੱਗਿਆ ਪਿਆ ਸੀਗਾ ਭਗਵਾਨ ਕ੍ਰਿਸ਼ਨ ਜੀਆਂ ਦੇ, ਤੇ ਉਹ ਪੱਤਾ ਆਪਣੇ ਹੱਥ ਵਿੱਚ ਲੈ ਕੇ ਤੇ ਫਿਰ ਇਸ਼ਾਰੇ ਦੇ ਨਾਲ ਸਮਝਾਇਆ ਵੀ ਸਾਡੇ ਵੱਲ ਵੇਖ, ਅਸੀਂ ਕੀ ਕਰਦੇ ਹਾਂ, ਇਸ ਇਸ਼ਾਰੇ ਨੂੰ ਸਮਝ ਕੇ ਤੇ ਫਿਰ ਇਸ ਨੂੰ ਮਾਰਨਾ ਕਰ। ਵਿੱਚ ਤੇ ਚੀਰਿਓ ਸਗਰੋ ਸੋਏ। ਤੇ ਕਹਿਣ ਲੱਗੇ ਜਦੋਂ ਭੀਮ ਸੈਨ ਨੇ ਵੇਖਿਆ ਨਾ ਭਗਵਾਨ ਕ੍ਰਿਸ਼ਨ ਦੇ ਵੱਲ, ਤੇ ਉਹਨਾਂ ਨੇ ਪੱਤੇ ਨੂੰ ਨਾ ਜਿਹੜਾ ਪੱਤਾ ਹੱਥ ਵਿੱਚ ਫੜਿਆ ਸੀ ਸਫੈਦੇ ਦਾ, ਉਹਨੂੰ ਵਿੱਚੋਂ ਕਾਰੋਂ ਫੜ ਕੇ ਤੇ ਦੋ ਦੇ ਹਿੱਸੇ ਕਰ ਦਿੱਤੇ, ਚੀਰ ਦਿੱਤਾ, ਤੇ ਇਸ਼ਾਰੇ ਨਾਲ ਇਹ ਸਮਝਾਇਆ ਵੀ ਇਹਦੀ ਲੱਤ ਤੇ ਇੱਕ ਲੱਤ ਰੱਖ ਕੇ ਤੇ ਦੂਜੀ ਲੱਤ ਫੜ ਕੇ ਤੇ ਪਾੜ ਦੇ ਵਿੱਚੋਂ ਸਰੀਰ ਇਹਦੇ ਦੋ ਟੋਟੇ ਕਰੇ ਤਾਂ ਮਰੇਗਾ। ਹੁਣ ਬੋਲ ਕੇ ਨਹੀਂ ਸੀ ਦੱਸਿਆ ਜਾ ਸਕਦਾ, ਸਮਝਾਇਆ ਜਾ ਸਕਦਾ ਵੀ ਜਿਵੇਂ ਅਸੀਂ ਵਿੱਚੋਂ ਕਾਰੋਂ ਪੱਤਾ ਚੀਰਿਆ, ਦੋ ਹਿੱਸੇ ਕੀਤੇ ਨੇ, ਇਸੇ ਤਰ੍ਹਾਂ ਤੂੰ ਇਹਦੇ ਸਰੀਰ ਦੇ ਦੋ ਹਿੱਸੇ ਕਰ, ਵਿੱਚੋਂ ਸਰੀਰ ਪਾੜੇਗਾ ਤੇ ਤਾਂ ਇਹ ਮਰੇਗਾ। ਇਸ ਤਰ੍ਹਾਂ ਸਮਝਾ ਕੇ ਕਰ ਦਿਖਰਾਇਓ ਇੱਕ ਤੇ ਦੋਏ। ਕਹਿਣ ਲੱਗੇ ਉਸ ਵੇਲੇ ਇੱਕ ਪੱਤੇ ਨੂੰ ਚੀਰ ਕੇ ਉਹਦੇ ਦੋ ਹਿੱਸੇ ਕਰਕੇ ਵਿਖਾਏ ਤੇ ਸਮਝਾਇਆ ਵੀ ਆਹ ਵੇਖ, ਜਿਵੇਂ ਅਸੀਂ ਇੱਕ ਪੱਤੇ ਨੂੰ ਚੀਰ ਕੇ ਉਹਦੇ ਹਿੱਸੇ ਦੋ ਕਰ ਦਿੱਤੇ ਨੇ, ਇਸੇ ਤਰ੍ਹਾਂ ਜਰਾਸੰਧ ਰਾਜੇ ਦਾ ਤਨ ਚੀਰ ਕੇ
ਲੱਤ ਦੇ ਉੱਪਰ ਪੈਰ ਰੱਖ ਕੇ ਤੇ ਦੂਜੀ ਲੱਤ ਨੂੰ ਹੱਥ ਵਿੱਚ ਫੜ ਕੇ ਤੇ ਖਿੱਚ ਕੇ ਇਸ ਨੂੰ ਪਾੜ ਦੇ, ਇਸ ਤਰ੍ਹਾਂ ਇਸ਼ਾਰਾ ਦੇ ਦਿੱਤਾ ਹੈ। ਭੀਮ ਸੈਨ ਇਮ ਸੈਨ ਬੁਝਾਈ, ਕਹਿਣ ਲੱਗੇ ਸਮਝ ਗਏ ਉਸ ਵੇਲੇ ਭੀਮ ਸੈਨ ਜੀ ਜੋ ਇਸ਼ਾਰਤ ਹੈ। ਜਾਣਿਓ ਭੇਦ ਰਥੈ ਰਖਾਈ, ਇਹ ਭੇਦ ਪਤਾ ਲੱਗ ਗਿਆ ਵੀ ਇਹਨੇ ਮਰਨਾ। ਇਸ ਤਰ੍ਹਾਂ ਬੜੇ ਖੁਸ਼ ਹੋਏ ਹਨ। ਕਰਿਓ ਦੁਖੰਡ ਜੋਰ ਨੂੰ ਇਹ, ਕਹਿਣ ਲੱਗੇ ਵੀ ਉਸ ਵੇਲੇ ਕਰਿਓ ਦੋ ਖੰਡ, ਦੋਵਾਂ ਹੱਥਾਂ ਦੇ ਨਾਲ ਉਸ ਰਾਜੇ ਦੇ ਦੋ ਟੋਟੇ ਕਰ ਦਿੱਤੇ। ਐਮ ਤੁਮ ਚੀਰ ਦਿਓ ਰਿਪਦੇ, ਸਮਝਾਇਆ ਵੀ ਜਿਵੇਂ ਅਸੀਂ ਇਹ ਪੱਤੇ ਨੂੰ ਚੀਰਿਆ ਹੈ, ਤੂੰ ਦੁਸ਼ਮਣ ਦੇ ਸਰੀਰ ਨੂੰ ਚੀਰਨਾ ਕਰ। ਤਬ ਸ਼੍ਰੀ ਕ੍ਰਿਸ਼ਨ ਪੀਠ ਤੇ ਸਥਾਪੀ, ਕਹਿਣ ਲੱਗੇ ਵੀ ਨਾਲ ਭਗਵਾਨ ਕ੍ਰਿਸ਼ਨ ਜੀਆਂ ਨੇ ਭੀਮ ਸੈਨ ਦੀ ਪਿੱਠ ਦੇ ਉੱਪਰ ਥਾਪੀ ਦਿੱਤੀ ਹੈ। ਦੀਨਸ ਬਲ ਵਿਸਾਲ ਕੋ ਆਪੀ, ਆਪਣੇ ਕੋਲੋਂ ਬਹੁਤ ਜ਼ਿਆਦਾ ਬਲ ਬਖਸ਼ਿਸ਼ ਕੀਤਾ ਹੈ। ਸ਼ਰਮ ਸਭ ਦੂਰ ਕਰਿਓ ਤਿਸ ਜਿਹੜਾ ਤਨ ਭੀਮ ਤੇ, ਸੈਨ ਕਹਿੰਦਾ ਸੀ ਮੈਂ ਥੱਕਿਆ ਹੋਇਆ, ਉਹਦੀ ਸਾਰੀ ਥਕਾਵਟ ਦੂਰ ਕੀਤੀ। ਮਾਰ ਨਛਤਰ ਚਾਹਿਓ ਮਨ ਤੇ, ਤੇ ਹੁਣ ਆਪਣੇ ਦੁਸ਼ਮਣ ਨੂੰ ਮਨ ਤੋਂ ਮਾਰਨਾ ਚਾਹੁੰਦੇ ਹਨ। ਗਇਓ ਭੀਮ ਭਾਖਰੋ ਅਗਾਰੀ, ਭੀਮ ਸੈਨ ਫਿਰ ਇਸ ਤਰ੍ਹਾਂ ਸਾਰਾ ਸਮਝ ਕੇ, ਉਹ ਰਾਜ ਜਿਹੜਾ ਮਾਰਨ ਦਾ ਰਾਜ ਸਮਝ ਕੇ ਤੇ ਫਿਰ ਜਾ ਕੇ ਜਰਾਸੰਧ ਦੇ ਸਾਹਮਣੇ ਲੜਨ ਲੱਗਾ ਹੈ। ਜਰਾਸੰਧ ਆਵਾ ਬਲ ਭਾਰੀ, ਉਹ ਜਰਾਸੰਧ ਬਹੁਤ ਜ਼ਿਆਦਾ ਬਲ ਵਾਲਾ ਸਾਹਮਣੇ ਲੜਦਾ ਪਿਆ ਹੈ। ਭਿਰੈ ਬਹੁਤ ਵਿਦ ਮੁਸ਼ਟਨ ਹਤੈ, ਇੱਕ ਦੂਜੇ ਨੂੰ ਮੁਕੀਆਂ ਦੇ ਨਾਲ ਮਾਰਦੇ ਹਨ। ਗਹਿ ਅੰਗ ਢਿਗਰ ਇਸ ਕਰ ਚਿਤੈ, ਇੱਕ ਦੂਜੇ ਦੇ ਸਰੀਰ ਨੂੰ ਫੜ ਕੇ ਵੇਖਦੇ ਤੇ ਗੁੱਸਾ ਕਰਦੇ ਹਨ। ਪਾਏ ਘਾਤ ਲੜਤੇ ਬੜ ਜੋਦੇ, ਇਸ ਤਰ੍ਹਾਂ ਦਾ ਪਾ ਕੇ ਸੂਰਮੇ ਆਪਸ ਵਿੱਚ ਲੜਦੇ ਹਨ। ਕਰੈ ਪ੍ਰਹਾਰ ਨ ਦੋਹ ਤਨ ਕ੍ਰੋਧੇ, ਤੇ ਦੋਵੇਂ ਜਾਣੇ ਕ੍ਰੋਧ ਵਿੱਚ ਭਰੇ ਹੋਏ ਇੱਕ ਦੂਜੇ ਤੇ ਵਾਰ ਕਰਦੇ ਨੇ। ਭੀਮ ਸਿਮਰ ਬਲ ਸ਼੍ਰੀ ਪ੍ਰਭ ਕੇਰਾ, ਵੇਲੇ ਭੀਮ ਸੈਨ ਜੀਆਂ ਨੇ ਭਗਵਾਨ ਕ੍ਰਿਸ਼ਨ ਜੀਆਂ ਦਾ ਬਲ ਚੇਤੇ ਜ਼ੋਰ ਚੇਤੇ ਕਰਕੇ ਭੁਜਤੇ ਗਇਓ ਭੂਪ ਤਿਸ ਬੇਰਾ, ਉਸ ਰਾਜੇ ਨੂੰ ਬਾਹ ਦੇ ਕੋਲੋਂ ਫੜ ਕੇ ਆਪਣੇ ਹੱਥਾਂ ਦੇ ਨਾਲ ਬਲ ਕਰ ਸਿਰ ਪਰ ਫੇਰਿਓ ਐਸਾ, ਇਹ ਕਹਿਣ ਲੱਗੇ ਵੀ ਆਪਣੇ ਬਾਹਾਂ ਦੇ ਨਾਲ ਚੁੱਕ ਲਿਆ। ਭੀਮ ਸੈਨ ਨੇ ਰਾਜੇ ਜਰਾਸੰਧ ਨੂੰ ਤੇ ਸਿਰ ਦੇ ਉੱਪਰ ਚੁੱਕ ਕੇ, ਜਿਵੇਂ ਆਪਾਂ ਬਾਲਾ ਕੱਢਦੇ ਆ ਕਿਸੇ ਚੀਜ਼ ਦਾ, ਆਪਣੀਆਂ ਬਾਹਾਂ ਦੇ ਨਾਲ ਚੁੱਕ ਕੇ ਆਪਣੇ ਸਿਰ ਤੋਂ ਵੀ ਉੱਚਾ ਲੈ ਗਏ ਹਨ। ਚੱਕਰ ਕੁਲਾਲ ਪਰਮਾਵੈ ਜੈਸਾ, ਜਿਵੇਂ ਘੁਮਿਆਰ ਦਾ ਚੱਕ ਘੁੰਮਦਾ ਨੇ, ਇਸ ਤਰ੍ਹਾਂ ਜਰਾਸੰਧ ਰਾਜੇ ਨੂੰ ਆਪਣੇ ਹੱਥਾਂ ਤੇ ਚੁੱਕ ਕੇ ਘੁਮਾ ਦਿੱਤਾ ਹੈ। ਸਕਲ ਨਗਰ ਕੇ ਦੇਖਨ ਤੂਰਨ, ਸਾਰੇ ਲੋਕ ਜਿਹੜੇ ਨੇ ਵੇਖਦੇ ਪਏ, ਪਟਨਾ ਸ਼ਹਿਰ ਦੀ ਧਰਤੀ ਦੇ ਸਾਰੇ ਲੋਕ ਵੇਖਦੇ ਹਨ। ਅਟਕੇ ਅਵਨੀ ਪਰ ਹੱਥ ਚੂਰਨ, ਕਹਿਣ ਲੱਗੇ ਵੀ ਇਸ ਨੂੰ ਮਾਰਨ ਵਾਸਤੇ ਫਿਰ ਧਰਤੀ ਦੇ ਉੱਪਰ ਸੁੱਟਿਆ ਹੈ। ਇੱਕ ਪੱਗ ਪੱਗ ਕੇ ਭਰੇ ਦਬਾਏ, ਹੁਣ ਉਹ ਜਿਹੜਾ ਦਾ ਦੱਸਿਆ ਸੀ ਨਾ ਵੀ ਮਰਨਾ ਕਿਵੇਂ ਹੈ, ਉਹ ਦਾ ਲਾਉਣ ਵਾਸਤੇ ਕਹਿਣ ਲੱਗੇ ਵੀ ਰਾਜੇ ਜਰਾਸੰਧ ਦੀ ਲੱਤ ਭੀਮ ਸੈਨ ਨੇ ਆਪਣੇ ਪੈਰ ਦੇ ਥੱਲੇ ਉਸ ਵੇਲੇ ਰੱਖ ਕੇ, ਜੁੱਤੀਏ ਗਹੋ ਕਰਸਾਤ ਉਚਾਏ, ਦੂਜੀ ਲੱਤ ਜਿਹੜੀ ਸੀ ਜਰਾਸੰਧ ਦੀ ਭੀਮ ਸੈਨ ਨੇ ਆਪਣੇ ਹੱਥਾਂ ਵਿੱਚ ਉਸ ਵੇਲੇ ਚੁੱਕ ਲਈ, ਫੜ ਲਈ ਹੈ। ਬਲ ਕਰ ਚੀਨਿਓ ਦੇਹ ਸੁਹਾਨਾ, ਕਹਿਣ ਲੱਗੇ ਵੀ ਬੜੇ ਜ਼ੋਰ ਦੇ ਨਾਲ ਜਦੋਂ ਦੂਜੀ ਲੱਤ ਨੂੰ ਖਿੱਚਿਆ ਤੇ ਸਰੀਰ ਵਿੱਚੋਂ ਕਾਰੋਂ ਪਾੜ ਗਿਆ, ਚੀਰਿਆ ਗਿਆ, ਤੇ ਇਸ ਤਰ੍ਹਾਂ ਕਹਿਣ ਲੱਗੇ ਉਹਦੇ ਪ੍ਰਾਣਾਂ ਦਾ ਨਾਸ ਕੀਤਾ ਹੈ। ਉਠਿਓ ਸ਼ਬਦ ਤਬ ਘੂਰ ਮਹਾਨਾ, ਇਹ ਕਹਿਣ ਲੱਗੇ ਬੜਾ ਭਿਆਨਕ ਆਵਾਜ਼ ਉਸ ਵੇਲੇ ਹੋਇਆ ਜਦੋਂ ਜਰਾਸੰਧ ਦੀ ਮੌਤ ਹੋਈ ਹੈ। ਕਰ ਦੁਖੰਡ ਧਰਨ ਮਹਿ ਡਾਰਿਓ, ਕਹਿਣ ਲੱਗੇ ਵੀ ਇਸ ਤਰ੍ਹਾਂ ਦੋ ਟੋਟੇ ਕਰਕੇ ਧਰਤੀ ਤੇ ਸੁੱਟਿਆ ਹੈ। ਤੁਮ ਸ਼੍ਰੀ ਕ੍ਰਿਸ਼ਨ ਸ਼ਤਰ ਸੰਘਾਰਿਓ, ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀਆਂ ਨੇ ਇਸ ਰਾਜੇ ਜਰਾਸੰਧ ਨੂੰ ਮਾਰਿਆ। ਆਪਾਂ ਇਤਿਹਾਸ ਇਹ ਲੜੀਵਾਰ ਸਰਵਨ ਕਰ ਰਹੇ ਹਾਂ ਕਿ ਜਰਾਸੰਧ ਰਾਜੇ ਦਾ ਜਿਹੜਾ ਜਨਮ ਹੈ ਨਾ, ਜਿਹੜਾ ਸਰੀਰ ਹੈ, ਉਹ ਇਸੇ ਤਰ੍ਹਾਂ ਦੋ ਹਿੱਸਿਆਂ ਵਿੱਚ ਹੀ ਜਨਮਿਆ ਸੀ। ਕਿਉਂਕਿ ਰਿਖੀ ਦੇ ਕੋਲੋਂ ਸੇਵਾ ਕਰਕੇ, ਰਿਖੀ ਦੀ ਸੇਵਾ ਕਰਕੇ, ਤਪ ਕਰਕੇ ਉਹਦੇ ਕੋਲੋਂ ਵਰ ਲਿਆ ਸੀ ਵੀ ਮੇਰੇ ਘਰ ਵਿੱਚ ਪੁੱਤਰ ਪ੍ਰਾਪਤ ਹੋਵੇ। ਤੇ ਰਿਖੀ ਨੇ ਰਾਜੇ ਦੀ ਸੇਵਾ ਵੇਖ ਕੇ, ਬ੍ਰਹਦਰਥ ਨਾਮ ਦਾ ਰਾਜਾ ਸੀ, ਉਹਦੀ ਸੇਵਾ ਵੇਖ ਕੇ ਆਪਣੇ ਕੋਲੋਂ ਇੱਕ ਫਲ ਦਿੱਤਾ ਸੀ ਵੀ ਇਹ ਫਲ ਆਪਣੀ ਰਾਣੀ ਨੂੰ ਦੇ, ਤੈਨੂੰ ਪੁੱਤਰ ਪ੍ਰਾਪਤ ਹੋਵੇਗਾ। ਰਾਜਾ ਜਦੋਂ ਉਹ ਫਲ ਲੈ ਕੇ ਆਪਣੇ ਘਰ ਦੇ ਵਿੱਚ ਆਇਆ ਤੇ ਹੁਣ ਰਾਣੀਆਂ ਰਾਜੇ ਦੀਆਂ ਦੋ ਸਨ, ਤੇ ਮਨ ਵਿੱਚ ਸੋਚਦਾ ਵੀ ਮੈਂ ਫਲ ਕਿਹਨੂੰ ਦੇਵਾਂ, ਜਿਹੜੀ ਫਲ ਨੂੰ ਖਾ ਲਵੇਗੀ ਉਸ ਨੂੰ ਪੁੱਤਰ ਪ੍ਰਾਪਤ ਹੋਵੇਗਾ, ਦੂਜੀ ਫਿਰ ਰਹਿ ਜਾਏਗੀ, ਤੇ ਮੈਂ ਤੇ ਦੋਨਾਂ ਨੂੰ ਬਰਾਬਰ ਪਿਆਰ ਕਰਦਾ ਹਾਂ, ਮੈਨੂੰ ਦੋਨੇ ਹੀ ਬਰਾਬਰ ਨੇ। ਇਹ ਗੱਲ ਮਨ ਵਿੱਚ ਜਾਣ ਕੇ ਇਸ ਰਾਜੇ ਨੇ ਉਸ ਫਲ ਦੇ ਦੋ ਹਿੱਸੇ ਕਰ ਦਿੱਤੇ, ਇੱਕ ਹਿੱਸਾ ਇੱਕ ਰਾਣੀ ਨੂੰ ਤੇ ਦੂਜਾ ਹਿੱਸਾ ਦੂਜੀ ਰਾਣੀ ਨੂੰ ਫਲ ਖਾਣ ਵਾਸਤੇ ਦਿੱਤਾ। ਤੇ ਸ਼ਾਸਤਰਕਾਰ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ, ਦੋਨਾਂ ਦੇ ਪੇਟ ਤੋਂ ਫਿਰ ਅੱਧਾ ਬੱਚੇ ਦਾ ਜਨਮ ਹੋਇਆ। ਤੇ ਜਦੋਂ ਇਸ ਤਰ੍ਹਾਂ ਬੱਚਾ ਜਨਮਿਆ ਤੇ ਉਸ ਨੂੰ ਮਾੜਾ ਜਾਣ ਕੇ, ਭਿਆਨਕ ਜਾਣ ਕੇ ਬਾਹਰ ਜੰਗਲ ਵਿੱਚ ਸੁੱਟ ਦਿੱਤਾ। ਜੰਗਲ ਦੇ ਵਿੱਚ ਇੱਕ ਜਰਾ ਨਾਮ ਦੀ ਰਾਖਸ਼ਨੀ ਰਹਿੰਦੀ ਹੈ। ਜਦੋਂ ਇਸ ਬੱਚੇ ਦੇ ਮਾਸ ਨੂੰ ਖਾਣ ਵਾਸਤੇ ਆਈ ਤੇ ਉਹਦੇ ਮਨ ਵਿੱਚ ਵਿਚਾਰ ਆਈ ਵੀ ਦੋਵੇਂ ਹਿੱਸੇ ਜੋੜ ਕੇ ਵੇਖਾਂ ਭਲਾ ਕੀ ਬਣਦਾ ਹੈ। ਜਦੋਂ ਸਰੀਰ ਦੇ ਦੋਵੇਂ ਟੁਕੜੇ ਜੋੜੇ
ਤੇ ਉਸ ਵੇਲੇ ਕਹਿਣ ਲੱਗੇ ਆਕਾਸ਼ ਦੇ ਵਿੱਚੋਂ ਬੜੀ ਭਿਆਨਕ ਆਵਾਜ਼ ਨਿਕਲੀ, ਕਿਉਂਕਿ ਰਿਖੀ ਦਾ ਵਰ ਸੀ ਵੀ ਤੇਰੇ ਘਰ ਬਲਸ਼ਾਲੀ ਪੁੱਤਰ ਹੋਵੇਗਾ। ਇੰਨੀ ਭਿਆਨਕ ਆਵਾਜ਼ ਦੇ ਨਾਲ ਕਹਿਣ ਲੱਗੇ ਉਹ ਬਾਲਕ ਦਾ ਸਰੀਰ ਜਿਉਂਦਾ ਹੋ ਗਿਆ ਤੇ ਉਹ ਰੋਣ ਦੀ ਆਵਾਜ਼ ਕਰਨ ਲੱਗਿਆ। ਰਾਜੇ ਨੂੰ ਪਤਾ ਲੱਗਾ, ਫਿਰ ਜੰਗਲ ਦੇ ਵਿੱਚੋਂ ਉਸ ਬਾਲਕ ਨੂੰ ਵਾਪਸ ਮੰਗਾਇਆ। ਜਰਾ ਨਾਮ ਦੀ ਰਾਖਸ਼ਣੀ ਨੇ ਸਰੀਰ ਜੋੜਿਆ ਸੀ, ਇਸ ਕਰਕੇ ਇਹਦਾ ਨਾਮ ਜਰਾਸੰਧ ਇਤਿਹਾਸ ਦੇ ਵਿੱਚ ਪ੍ਰਸਿੱਧ ਹੋਇਆ। ਕਹਿਣ ਲੱਗੇ ਰਾਜਾ ਇੰਨਾ ਤਾਕਤ ਵਾਲਾ ਸੀ ਵੀ 17 ਵਾਰ ਭਗਵਾਨ ਕ੍ਰਿਸ਼ਨ ਜੀਆਂ ਨੂੰ ਜੰਗ ਦੇ ਵਿੱਚ ਇਸ ਨੇ ਹਰਾਇਆ ਸੀ। 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਰਾਜੇ ਦਾ ਨਾਮ ਖੜਗ ਸਿੰਘ ਲਿਖਿਆ ਹੈ ਆਪਣੀ ਕਲਮ ਦੇ ਨਾਲ, ਵੀ ਐਡਾ ਵੱਡਾ ਸੂਰਮਾ ਸੀ ਵੀ 17 ਵਾਰ ਜੰਗ ਕੀਤਾ ਤੇ 17 ਵਾਰ ਹੀ ਜਿੱਤ ਪ੍ਰਾਪਤ ਹੋਈ। ਪੂਰੇ ਹਿੰਦੁਸਤਾਨ ਦੀ ਧਰਤੀ ਦਾ ਰਾਜ ਚਲਾਉਂਦਾ ਤੇ ਪਟਨਾ ਸ਼ਹਿਰ ਜਿਹੜਾ ਹੈ ਇਸ ਨੂੰ ਆਪਣੀ ਰਾਜਧਾਨੀ ਬਣਾ ਕੇ ਇਸ ਨੇ ਰਾਜ ਕੀਤਾ। ਇਸ ਰਾਜੇ ਨੂੰ ਮਾਰਨ ਵਾਸਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਗਏ ਸਨ ਤੇ ਇਹਦੀ ਮੌਤ ਵੀ ਉਸੇ ਤਰ੍ਹਾਂ ਹੀ ਹੋਣੀ ਹੈ ਜਿਵੇਂ ਇਸ ਦਾ ਜਨਮ ਹੋਇਆ ਸੀ, ਵੀ ਸਰੀਰ 2 ਹਿੱਸਿਆਂ ਵਿੱਚ ਜਨਮਿਆ ਸੀ। 2 ਮਾਵਾਂ ਨੇ ਇਹਦੇ ਸਰੀਰ ਨੂੰ ਪੈਦਾ ਕੀਤਾ ਤੇ ਪਾਟੇ ਹੋਏ ਸਰੀਰ ਨੂੰ ਜੋੜ ਕੇ ਇਹਦਾ ਸਰੀਰ ਬਣਾਇਆ ਸੀ। ਹੁਣ ਜਦੋਂ ਮੌਤ ਹੋਣੀ ਹੈ ਇਹਦਾ ਸਰੀਰ ਜਿੰਨਾ ਚਿਰ ਉਸੇ ਤਰ੍ਹਾਂ ਪਹਿਲਾਂ ਦੇ ਵਾਂਗ ਪਾਟੇਗਾ ਨਹੀਂ, ਚੀਰਿਆ ਨਹੀਂ ਜਾਏਗਾ, ਉਹਨਾਂ ਚਿਰ ਮੌਤ ਨਹੀਂ ਹੋਵੇਗੀ। ਪਰ ਇਸ ਰਾਜ ਨੂੰ ਭਗਵਾਨ ਕ੍ਰਿਸ਼ਨ ਜੀ ਕੇਵਲ ਜਾਣਦੇ ਸਨ ਤੇ ਉਹਨਾਂ ਨੇ ਭੀਮ ਸੈਨ ਨੂੰ ਸਮਝਾ ਕੇ ਇਸ਼ਾਰੇ ਦੇ ਨਾਲ ਵੀ ਇਸ ਦੇ ਸਰੀਰ ਨੂੰ ਪਾੜੇਗਾ ਤੇ ਤਾਂ ਇਹ ਮੌਤ ਨੂੰ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਇਸ ਰਾਜੇ ਨੂੰ ਨਾਮ ਜਰਾਸੰਧ ਹੈ। ਇਸ ਨੂੰ ਮੌਤ ਦੀ ਪ੍ਰਾਪਤੀ ਭਗਵਾਨ ਕ੍ਰਿਸ਼ਨ ਜੀਆਂ ਨੇ ਕਰਾਈ। ਦੁਆਪਰ ਯੁੱਗ ਦਾ ਇਤਿਹਾਸ ਆਪਾਂ ਤਾਂ ਸਰਵਣ ਕਰ ਰਹੇ ਸੀ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਿਵਾਰ ਦੇ ਸਮੇਤ ਪਟਨਾ ਸਾਹਿਬ ਪਹੁੰਚੇ ਹੋਏ ਤੇ ਸੰਗਤਾਂ ਨੇ ਪੁੱਛ ਲਿਆ, ਸਿੱਖਾਂ ਨੇ ਪੁੱਛ ਲਿਆ, ਮਹਾਰਾਜ ਇਹ ਸ਼ਹਿਰ ਕਿਵੇਂ ਬਣਿਆ, ਇੱਥੇ ਰਾਜਾ ਕੌਣ ਹੋਇਆ? ਤੇ ਉਸ ਵੇਲੇ ਫਿਰ ਕਹਿਣ ਲੱਗੇ ਵੀ ਜਿਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਸੀ ਨਾ, ਦੱਸਿਆ ਪਾਤਸ਼ਾਹ ਜੀਆਂ ਨੇ, ਕਹਿਣ ਲੱਗੇ ਭਾਈ ਇਸ ਪਟਨੇ ਸ਼ਹਿਰ ਨੂੰ ਰਾਜਧਾਨੀ ਬਣਾ ਕੇ ਜਰਾਸੰਧ ਦੇ ਨਾਮ ਦੇ ਰਾਜੇ ਨੇ ਰਾਜ ਕੀਤਾ। ਫਿਰ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਇਹ ਕੌਣ ਸੀ ਜਰਾਸੰਧ, ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਦੱਸਦੇ ਪਏ ਵੀ ਇਹਦਾ ਜਨਮ ਇਸ ਤਰ੍ਹਾਂ ਹੋਇਆ, ਰਾਜ ਨੇ ਫਿਰ ਇਸ ਤਰ੍ਹਾਂ ਕੀਤਾ ਤੇ ਫਿਰ ਮੌਤ ਇਹਦੀ ਇਸ ਤਰ੍ਹਾਂ ਹੋਈ ਹੈ। ਇਸ ਤਰੀਕੇ ਦਾ ਇਹ ਰਾਜਾ ਸੀ। ਸੋ ਪਾਟਲੀ ਪੁੱਤਰ ਵੀ ਪਟਨਾ ਸਾਹਿਬ ਨੂੰ ਆਖਿਆ ਜਾਂਦਾ। ਕਹਿਣ ਲੱਗੇ ਵੀ ਇਸ ਰਾਜੇ ਦੇ ਰੱਥ ਦੇ ਪਹੀਆਂ ਦੇ ਨਿਸ਼ਾਨ ਜਿਹੜੇ ਨੇ ਅੱਜ ਵੀ ਉੱਥੇ ਵੇਖੇ ਜਾ ਸਕਦੇ। ਇੰਨਾ ਇਹ ਬਲ ਵਾਲਾ ਰਾਜਾ ਵੀ ਇਹਦੇ ਬਲ ਦਾ ਕਥਨ ਕਰਨਾ ਬੜਾ ਕਠਿਨ ਹੈ। ਜਿਸ ਨੇ ਸਮੇਂ ਦੇ ਅਵਤਾਰ ਨੂੰ ਹਰਾ ਛੱਡਿਆ ਉਹ ਕਿੰਨੀ ਤਾਕਤ ਵਾਲਾ ਹੋਵੇਗਾ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਈਆਂ ਥਾਵਾਂ ਤਾਂ ਹੁੰਦਿਆਂ ਹੋਇਆਂ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ। ਜੋ ਅੱਜ ਆਪਾਂ ਇਤਿਹਾਸਕ ਦਿਹਾੜਾ ਮਨਾ ਰਹੇ ਹਾਂ 10ਵੇਂ ਪਾਤਸ਼ਾਹ ਜੀਆਂ ਦੇ ਅਵਤਾਰ ਦਾ, ਇਹ ਉਹੀ ਕਥਾ ਜਿਹੜੀ ਹੈ ਲੜੀਵਾਰ ਇੱਥੇ ਆਪਾਂ ਸਰਵਣ ਕਰ ਰਹੇ ਸੀ। ਸੋ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਜੀਵਨ ਦੀ ਕਥਾ ਨੂੰ ਆਪ ਉਹਨਾਂ ਨੇ ਲਿਖਿਆ ਆਪਣੇ ਹੱਥਾਂ ਦੇ ਨਾਲ। ਕਹਿਣ ਲੱਗੇ ਵੀ ਮੇਰੇ ਮਾਤਾ ਪਿਤਾ ਅਤੇ ਮੇਰੀ ਦਾਦੀ ਜੀ ਚਾਹੁੰਦੇ ਸਨ ਵੀ ਸਾਡੇ ਘਰ ਦੇ ਵਿੱਚ ਪੋਤਰਾ ਪ੍ਰਾਪਤ ਹੋਵੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਦੀ ਦਾ ਨਾਮ ਸੋ ਇਤਿਹਾਸ ਦੇ ਵਿੱਚ ਮਾਤਾ ਸਾਹਿਬ ਮਾਤਾ ਨਾਨਕੀ ਜੀ ਆਇਆ ਹੈ। ਤੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਸੁਪਤਨੀ ਸਨ। ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਹੋਏ ਤੇ ਸਤਿਗੁਰਾਂ ਨੇ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀਆਂ ਨੂੰ ਦੇ ਕੇ ਤੇ ਸੱਚਖੰਡ ਨੂੰ ਜਾਣ ਲੱਗੇ। ਉਸ ਵੇਲੇ ਮਾਤਾ ਨਾਨਕੀ ਜੀ ਨੇ ਆਖਿਆ ਸੀ, ਪਤੀ ਦੇਵ ਜੀ ਆਪ ਜੀ ਸੱਚਖੰਡ ਨੂੰ ਚੱਲੇ ਹੋ, ਮੇਰੇ ਕੋਲ ਤੇ ਇੱਕੋ ਹੀ ਪੁੱਤਰ ਹੈ ਤੇ ਨਾਮ ਹੈ ਤੇਗ ਬਹਾਦਰ। ਇਹ ਤੇ ਬੜੇ ਸ਼ਾਂਤ ਸੁਭਾਅ ਵਾਲੇ ਨੇ, ਸੰਸਾਰ ਦੇ ਨਾਲ ਇਹਨਾਂ ਦੀ ਗੱਲਬਾਤ ਨਹੀਂ ਕਰਨ ਦਾ ਇਹਨਾਂ ਦੇ ਕੋਲ ਤਰੀਕਾ ਹੈ, ਗੱਲਬਾਤ ਨਹੀਂ ਕਰਦੇ, ਚੁੱਪ ਹੀ ਰਹਿੰਦੇ ਨੇ ਤੇ ਬੰਦਗੀ ਵਿੱਚ ਜੁੜੇ ਰਹਿੰਦੇ। ਸਾਡਾ ਗੁਜ਼ਾਰਾ ਕਿਵੇਂ ਹੋਵੇਗਾ, ਕਿਰਪਾ ਕਰਕੇ ਦੱਸੋ। ਜਦੋਂ ਇਹ ਸਵਾਲ ਮਾਤਾ ਨਾਨਕੀ ਜੀਆਂ ਨੇ ਕੀਤਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਬਚਨ ਕੀਤੇ ਸਨ ਕਿ ਨਾਨਕੀ ਜੀ ਸਮਾਂ ਆਵੇਗਾ ਤੁਹਾਡਾ ਪੁੱਤਰ ਗੁਰਤਾ ਗੱਦੀ 'ਤੇ ਬਿਰਾਜੇਗਾ, ਗੁਰਤਾ ਗੱਦੀ 'ਤੇ ਬੈਠ ਕੇ ਪ੍ਰਗਟ ਹੋਵੇਗਾ। ਇਹ ਏਡੇ ਵੱਡੇ ਮਹਾਂਪੁਰਖ ਹੋਣਗੇ ਕਿ ਇੱਕ ਸਮਾਂ ਇਹੋ ਜਿਹਾ ਆਵੇਗਾ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਤੇ ਧਰਮ ਦੀ ਰੱਖਿਆ ਕਰਨਗੇ। ਏਡੇ ਪੂਜਨੀਕ ਇਹ ਧਰਮਾਤਮਾ ਹੋਣਗੇ। ਤੂੰ ਇਹਨਾਂ ਦੀ ਫਿਕਰ ਨਾ ਕਰ, ਤੂੰ ਇਹ ਨਾ ਸੋਚਿਆ ਕਰ ਵੀ ਸੰਸਾਰ ਵਿੱਚ ਇਹਨਾਂ ਨੂੰ ਬਹਿਣਾ ਉੱਠਣਾ ਨਹੀਂ ਆਉਂਦਾ ਜਾਂ ਸੰਸਾਰ ਦੇ ਨਾਲ ਇਹਨਾਂ ਨੂੰ ਗੱਲਬਾਤ ਕਰਨ ਦਾ ਤਰੀਕਾ ਨਹੀਂ ਹੈ। ਇਹ ਬੜੇ ਵੈਰਾਗੀ ਤੇ ਤਿਆਗੀ ਮਹਾਂਪੁਰਖ ਨੇ, ਬੰਦਗੀ ਵਾਲੇ ਨੇ, ਸਮਾਂ ਆਵੇਗਾ ਗੁਰਤਾ ਗੱਦੀ 'ਤੇ ਬੈਠ ਜਾਣਗੇ। ਜਦੋਂ ਇਹ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਮਾਤਾ ਨਾਨਕੀ ਜੀਆਂ ਨੇ ਸੁਣੇ
ਤੇ ਦੂਜਾ ਬਚਨ ਕੀਤਾ ਮਹਾਰਾਜ ਫਿਰ ਸਾਨੂੰ ਵੀ ਨਾਲ ਲੈ ਚੱਲੋ, ਆਪ ਜੀ ਸੱਚਖੰਡ ਨੂੰ ਚੱਲੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਨਾਨਕੀ ਜੀ, ਤੁਹਾਡੀ ਹਾਲੇ ਪਰਾਰਬਧ ਬਾਕੀ ਹੈ, ਜੋ ਦਾਣਾ ਪਾਣੀ ਹਾਲੇ ਛਕਣਾ ਤੁਹਾਡਾ ਬਾਕੀ ਰਹਿੰਦਾ, ਤੁਸੀਂ ਸਾਡੇ ਨਾਲ ਨਹੀਂ ਆਉਣਾ, ਤੁਸੀਂ ਅਜੇ ਸੰਸਾਰ ਵਿੱਚ ਰਹਿਣਾ ਹੈ, ਕਿਉਂਕਿ ਤੁਸੀਂ ਹਾਲੇ ਆਪਣੇ ਪੋਤਰੇ ਨੂੰ ਖਿਡਾਉਣਾ ਹੈ, ਜਿਹੜਾ ਬੜਾ ਬਲਸ਼ਾਲੀ ਬਲ ਵਾਲਾ ਤਾਕਤ ਵਾਲਾ ਹੋਵੇਗਾ ਅਤੇ ਜਿਸ ਨੇ ਅੱਗੇ ਇੱਕ ਧਰਮ ਪੈਦਾ ਕਰਨਾ ਹੈ, ਐਸੇ ਧਰਮਾਤਮਾ ਪੋਤਰੇ ਦੀ ਤੁਸੀਂ ਦਾਦੀ ਬਣਨਾ, ਉਹਨੂੰ ਆਪਣੀ ਗੋਦੀ ਵਿੱਚ ਖਿਲਾ ਕੇ ਫਿਰ ਤੁਸੀਂ ਸੰਸਾਰ ਨੂੰ ਛੱਡਣਾ ਹੈ। ਇਹ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੀਰਤਪੁਰ ਸਾਹਿਬ ਹੋਏ ਸਨ। ਆਉਣ ਵਾਲੇ ਸਮੇਂ ਨੂੰ ਦੱਸਿਆ ਸੀ ਮਹਾਰਾਜ ਨੇ ਵੀ ਇਸ ਤਰ੍ਹਾਂ ਦਾ ਸਮਾਂ ਅੱਗੇ ਆਉਣਾ ਹੈ। ਹੁਣ ਸਮਾਂ ਲੰਘਦਾ ਗਿਆ, ਮਾਤਾ ਸਾਹਿਬ ਮਾਤਾ ਨਾਨਕੀ ਜੀ ਬਜ਼ੁਰਗ ਹੋ ਗਏ। ਜਦੋਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਤ੍ਰਿਵੇਣੀ ਪਹੁੰਚੇ, ਇਲਾਹਾਬਾਦ ਦੇ ਕੋਲ ਪਹੁੰਚੇ, ਉਸ ਵੇਲੇ ਮਾਤਾ ਨਾਨਕੀ ਜੀਆਂ ਨੇ ਫਿਰ ਉਹ ਗੱਲਾਂ ਚੇਤੇ ਕੀਤੀਆਂ ਵੀ ਸਾਡੇ ਪਤੀ ਦਾ ਬਚਨ ਸੀ ਵੀ ਅਸੀਂ ਪੋਤਰੇ ਦਾ ਮੂੰਹ ਵੇਖ ਕੇ ਦੁਨੀਆ ਤੋਂ ਫਿਰ ਚੱਲਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨ ਪੂਰੇ ਹੋਣੇ ਹਨ। ਇੱਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵਿਆਹ ਹੋਏ ਨੂੰ 30 ਤੋਂ ਵੀ ਉੱਤੇ ਸਾਲ ਹੋ ਗਿਆ, 30 ਸਾਲਾਂ ਤੋਂ ਵੀ ਵੱਧ ਸਮਾਂ ਉੱਤੇ ਹੋ ਗਿਆ ਸੀ, ਕਿਉਂਕਿ 26 ਸਾਲ ਤੇ ਮਹਾਰਾਜ ਸਾਹਿਬ ਜੀ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬੰਦਗੀ ਦੇ ਵਿੱਚ ਭੋਰੇ ਵਿੱਚ ਬੈਠੇ ਰਹੇ। ਉਸ ਤੋਂ ਕੁਝ ਸਮਾਂ ਮਹਾਰਾਜ ਕੀਰਤਪੁਰ ਸਾਹਿਬ ਵੀ ਰਹੇ। ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਜਦੋਂ ਗੁਰੂ ਬਣ ਕੇ ਪ੍ਰਗਟ ਹੋਏ, ਫਿਰ ਕੁਝ ਸਮਾਂ ਕੀਰਤਪੁਰ ਸਾਹਿਬ ਰਹੇ। ਇੱਥੋਂ ਫਿਰ ਚੱਲ ਕੇ ਆਨੰਦਪੁਰ ਸਾਹਿਬ ਮਹਾਰਾਜ ਗਏ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਰੀਦ ਕੇ ਇੱਥੇ ਬੜਾ ਸੋਹਣਾ ਮਹਾਰਾਜ ਜੀਆਂ ਨੇ ਸ਼ਹਿਰ ਵਸਾਇਆ। ਸ਼ਹਿਰ ਵਸਾਉਣ ਤੋਂ ਮਗਰੋਂ ਫਿਰ ਮਹਾਰਾਜ ਜੀ ਚੱਲੇ ਸਨ ਜਿੱਥੇ ਅੱਜ ਪਹੁੰਚੇ ਤ੍ਰਿਵੇਣੀ। ਆਪਾਂ ਇਲਾਹਾਬਾਦ ਦਾ ਬਚਨ ਜਿਹੜਾ ਸਰਵਣ ਕਰ ਰਹੇ ਹਾਂ, ਆਨੰਦਪੁਰ ਸਾਹਿਬ ਵਸਾਉਣ ਤੋਂ ਮਗਰੋਂ ਮਹਾਰਾਜ ਉੱਧਰ ਨੂੰ ਚੱਲੇ ਸਨ। ਕਈ ਮਹੀਨੇ ਲੱਗ ਗਏ। ਜਦੋਂ ਤ੍ਰਿਵੇਣੀ ਪਹੁੰਚੇ ਤੇ ਉੱਥੇ ਫਿਰ ਇਹ ਬਚਨ ਚੇਤੇ ਆਇਆ ਵੀ ਅਸੀਂ ਪੋਤਰੇ ਦੇ ਧਿਆਲੇ ਦਿਦਾਰੇ ਕੀਤੇ ਨਹੀਂ, ਸਾਡੇ ਪੁੱਤਰ ਦੇ ਵਿਆਹ ਨੂੰ ਹੋਇਆਂ ਨੂੰ 30 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇੱਕ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬੈਠੇ ਹੋਏ ਸਨ ਪਲੰਘੇ ਦੇ ਉੱਪਰ ਇਕਾਂਤ ਵਿੱਚ। ਉਸ ਵੇਲੇ ਮਾਤਾ ਨਾਨਕੀ ਸਾਹਿਬ ਜੀ ਕੋਲ ਗਏ। ਸਤਿਗੁਰੂ ਜੀ ਮਾਤਾ ਜੀਆਂ ਨੂੰ ਆਇਆ ਵੇਖ ਕੇ ਉੱਠ ਕੇ ਖੜੇ ਹੋ ਗਏ, ਨਮਸਕਾਰ ਕੀਤੀ ਹੈ, ਆਪਣੇ ਕੋਲ ਮਾਤਾ ਜੀਆਂ ਨੂੰ ਬਿਠਾਇਆ। ਮਾਤਾ ਜੀਆਂ ਦੇ ਨੇਤਰਾਂ ਦੇ ਵਿੱਚ ਵੈਰਾਗ ਦਾ ਜਲ ਹੈ, ਨੇਤਰਾਂ ਦੇ ਵਿੱਚ ਹੰਝੂ ਭਰ ਆਏ। ਉਸ ਵੇਲੇ ਪੁੱਛਿਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ, ਕੀ ਗੱਲ ਹੈ, ਆਪ ਜੀ ਨੇ ਕਿਉਂ ਇਸ ਤਰ੍ਹਾਂ ਨੇਤਰ ਭਰੇ ਨੇ? ਤੇ ਫਿਰ ਮਾਤਾ ਨਾਨਕੀ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਪੁੱਤਰ ਅਸੀਂ ਉਹ ਸਮਾਂ ਚੇਤੇ ਕਰਕੇ ਸਾਡੇ ਨੇਤਰ ਭਰ ਗਏ। ਇੱਕ ਸਮਾਂ ਸੀ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਮੇਰੇ ਨਾਲ ਇਹ ਬਚਨ ਕੀਤੇ ਸਨ। ਜਿਹੜੇ ਬਚਨ ਆਪਾਂ ਸਰਵਣ ਕਰ ਲਏ, ਇਹ ਬਚਨ ਮਾਤਾ ਨਾਨਕੀ ਜੀਆਂ ਨੇ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੱਸੇ। ਤੇ ਹੁਣ ਉਹ ਸਮਾਂ ਆ ਗਿਆ, ਆਪ ਜੀ ਕਿਰਪਾ ਕਰੋ, ਘਰ ਦੇ ਵਿੱਚ ਪੋਤਰੇ ਦੀ ਦਾਤ, ਆਪਣੇ ਘਰ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਬਚਨ ਸੁਣੇ, ਕਹਿਣ ਲੱਗੇ, ਮਾਤਾ ਜੀ ਗੁਰੂ ਘਰ ਦੀਆਂ ਦਾਤਾਂ ਤੇ ਸੰਗਤ ਵਾਸਤੇ, ਸਿੱਖਾਂ ਵਾਸਤੇ ਨੇ, ਪਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਦਾਤ ਪੋਤਰੇ ਦੀ ਤੇ ਫਿਰ ਸੰਗਤ ਔਰ ਸਿੱਖਾਂ ਦੀ ਸੇਵਾ ਕਰੋ ਤੇ ਗੁਰੂ ਪਾਤਸ਼ਾਹ ਦੀ ਗੁਰਬਾਣੀ ਸਰਵਣ ਕਰੋ, ਫਿਰ ਅਰਦਾਸ ਕਰੋ, ਤੁਹਾਡੀ ਮਨ ਦੀ ਭਾਵਨਾ ਪੂਰੀ ਹੋ ਜਾਏਗੀ। ਇਹ ਬਚਨ ਸੁਣ ਕੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀਆਂ ਨੇ ਕਹਿਣ ਲੱਗੇ ਵੀ ਆਪ ਹੱਥਾਂ ਦੇ ਨਾਲ ਚੱਕੀ ਚਲਾ ਕੇ ਆਟਾ ਪੀਸਿਆ ਸੰਗਤ ਦੇ ਪ੍ਰਸ਼ਾਦੇ ਵਾਸਤੇ, ਗੁਰੂ ਕੀ ਕੜਾਹ ਪ੍ਰਸਾਦੀ ਦੇਗ ਵਾਸਤੇ, ਸੰਗਤ ਦੇ ਛਕਣ ਵਾਸਤੇ ਆਪ ਪਾਣੀ ਭਰ ਭਰ ਕੇ ਮਾਤਾ ਗੁਜਰੀ ਜੀਆਂ ਨੇ ਰੱਖਿਆ। ਇਹ ਸਾਰੀਆਂ ਸੇਵਾਵਾਂ ਕੀਤੀਆਂ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਇਸ ਤ੍ਰਿਵੇਣੀ ਦੀ ਧਰਤੀ ਤੇ ਪਾਤਸ਼ਾਹ ਜੀਆਂ ਨੇ ਕਰਵਾਇਆ ਅਤੇ ਉਹਦੇ ਵਿੱਚ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਨ ਵਾਲੇ ਭਾਈ ਮਤੀ ਦਾਸ ਜੀ ਜਿਹੜੇ ਗੁਰੂ ਘਰ ਦੇ ਦੀਵਾਨ ਸਨ, ਉਹਨਾਂ ਨੂੰ ਆਖਿਆ ਤੁਸੀਂ ਸਾਨੂੰ ਇਹ ਅਖੰਡ ਪਾਠ ਦੀ ਬਾਣੀ ਸਰਵਣ ਕਰਵਾਉਣੀ ਹੈ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸੀ, ਉਹਨਾਂ ਨੂੰ ਬਚਨ ਹੋਇਆ ਤੁਸੀਂ ਵੀ ਸਾਨੂੰ ਬਾਣੀ ਸਰਵਣ ਕਰਵਾਉਣੀ ਹੈ। ਭਾਈ ਗੁਰਬਖਸ਼ ਸਿੰਘ ਜੀ ਜਿਹੜੇ ਕਿ ਸੋ ਗੁਰੂ ਪਾਤਸ਼ਾਹ ਦੇ ਸਿੱਖ ਸਨ, ਜਿਨ੍ਹਾਂ ਦੀ ਔਲਾਦ ਅੱਜ ਵੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਹੈ, ਇੱਕ ਗੁਰੂ ਕੇ ਪਿਆਰੇ ਇਹ ਲੱਗੇ ਬਾਣੀ ਸੁਣਾਉਣ ਵਾਸਤੇ। ਤੇ ਚੌਥੇ ਸਿੱਖ ਸਨ ਮਹਾਰਾਜ ਸਾਹਿਬ ਜੀਆਂ ਦੇ ਬਾਬਾ ਬੁੱਢਾ ਸਾਹਿਬ ਦੀ 6ਵੀਂ ਥਾਂ ਤੇ ਭਾਈ ਸਾਹਿਬ ਭਾਈ ਗੁਰਦਿੱਤਾ ਜੀ ਉਹਨਾਂ ਦਾ ਨਾਮ ਆਉਂਦਾ।
ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ ਸਨ ਪੰਜਵੀਂ ਚੌਥੀ ਥਾਂ ਤੇ ਇਹਨਾਂ ਨੂੰ, ਬਾਬਾ ਬੁੱਢਾ ਜੀਆਂ ਦੀ 6ਵੀਂ ਥਾਂ ਤੇ ਸਨ ਚੌਥੇ ਅਖੰਡ ਪਾਠੀ ਪਾਠ ਕਰਨ ਵਾਲੇ ਇਹਨਾਂ ਨੂੰ ਲਾਇਆ ਗਿਆ। ਤੇ ਪੰਜਵੇਂ ਸਨ ਭਾਈ ਸਤੀ ਰਾਮ ਜੀ। ਇਹ ਪੰਜ ਸਿੰਘਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਤ੍ਰਿਬੇਣੀ ਦੀ ਧਰਤੀ ਤੇ ਸ੍ਰੀ ਅਖੰਡ ਪਾਠ ਸਰਵਣ ਕਰਵਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਇੱਕੇ ਚੌਂਕੜੇ ਦੇ ਵਿੱਚ ਬੈਠ ਕੇ ਸਾਰੀ ਗੁਰਬਾਣੀ ਜੋ ਭਾਈ ਬੰਨੋ ਜੀਆਂ ਦਾ ਲਿਖਿਆ ਹੋਇਆ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਉਸ ਸਰੂਪ ਤੋਂ ਇਹ ਪਾਠ ਸਰਵਣ ਕੀਤਾ। ਮਾਤਾ ਗੁਜਰੀ ਜੀਆਂ ਨੇ ਪ੍ਰਸ਼ਾਦਾ ਬਣਾ ਕੇ ਸੰਗਤ ਦੀ ਸੇਵਾ ਕੀਤੀ। ਜਦੋਂ 3 ਦਿਨਾਂ ਤੋਂ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦਾ ਭੋਗ ਪਿਆ, ਉਸ ਵੇਲੇ ਫਿਰ ਅਰਦਾਸ ਹੋਈ ਕਿ ਐ ਗਰੀਬ ਨਵਾਜ ਗੁਰੂ ਨਾਨਕ ਦੇ ਪਾਤਸ਼ਾਹ ਜੀਓ, ਐ ਅਕਾਲ ਪੁਰਖ ਕਿਰਪਾ ਕਰੋ, ਭਾਵਨਾ ਨੂੰ ਭਾਗ ਲਾਉਂਦਿਆਂ ਹੋਇਆਂ ਘਰ ਦੇ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋਵੇ। ਤੇ ਕਹਿਣ ਲੱਗੇ ਅਰਦਾਸ ਜਿਹੜੀ ਹੈ ਨਾ ਸੁਣੀ ਗਈ ਮਹਾਰਾਜ ਜੀਆਂ ਦੇ ਦੁਆਰੇ ਦੇ ਉੱਪਰ। ਤੇ ਸਤਿਗੁਰਾਂ ਨੇ ਬਚਨ ਲਿਖਿਆ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਪਇਓ। ਤ੍ਰਿਬੇਣੀ ਦੀ ਧਰਤੀ ਤੇ ਸਾਡਾ ਪ੍ਰਕਾਸ਼ ਜੋ ਹੈ ਉਹ ਹੋਣ ਵਾਸਤੇ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਦੀ ਕੁੱਖ ਨੂੰ ਭਾਗ ਲਾਏ। ਉੱਥੇ ਅਸੀਂ ਕੁੱਖ ਦੇ ਵਿੱਚ ਸਾਡੇ ਸਰੀਰ ਨੇ ਪ੍ਰਵੇਸ਼ ਕੀਤਾ। ਇੱਥੋਂ ਫਿਰ ਕੁਝ ਸਮਾਂ ਮਹਾਰਾਜ ਜੀ ਰਹਿ ਕੇ ਫਿਰ ਕਾਸ਼ੀ ਚਲੇ ਗਏ। ਕਾਸ਼ੀ ਤੋਂ ਗਿਆ ਤੋਂ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਕੁਝ ਦਿਨ ਬਤੀਤ ਹੋ ਗਏ। ਜੈਪੁਰ ਦਾ ਰਾਜਾ ਨਾਮ ਹੈ ਰਾਮ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਆਪਣੀ ਮਾਤਾ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚਾ। ਮੱਥਾ ਟੇਕਿਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਤੇ ਇਸ ਰਾਜੇ ਦੀ ਮਾਤਾ ਬੜਾ ਵੈਰਾਗ ਕਰਦੀ ਪਈ ਹੈ, ਨੇਤਰ ਭਰੇ ਹੋਏ ਹੰਝੂਆਂ ਦੇ ਨਾਲ। ਸਤਿਗੁਰਾਂ ਨੇ ਪੁੱਛਿਆ ਕਾਰਨ ਕੀ ਹੈ, ਕਿਉਂ ਰੋਂਦੇ ਪਏ ਹੋ, ਕਿਉਂ ਵੈਰਾਗ ਕਰਦੇ ਹੋ। ਉਸ ਵੇਲੇ ਰਾਜੇ ਦੀ ਮਾਤਾ ਨੇ ਬੇਨਤੀ ਕੀਤੀ, ਮਹਾਰਾਜ ਔਰੰਗਜ਼ੇਬ ਬਾਦਸ਼ਾਹ ਬੜਾ ਜ਼ੁਲਮੀ ਹੈ, ਉਸਨੇ ਇੱਕ ਨਵੀਂ ਸਕੀਮ ਦੇ ਨਾਲ ਮੇਰੇ ਪੁੱਤਰ ਨੂੰ ਮਰਵਾਉਣ ਦਾ ਇੱਕ ਯੋਜਨਾ ਬਣਾ ਲਈ ਹੈ। ਸਤਿਗੁਰਾਂ ਨੇ ਪੁੱਛਿਆ ਕੀ ਕਾਰਨ ਹੈ। ਕਹਿਣ ਲੱਗੀ ਵੀ ਔਰੰਗਜ਼ੇਬ ਬਾਦਸ਼ਾਹ ਨੇ ਮੇਰੇ ਪੁੱਤਰ ਨੂੰ ਇਹ ਡਿਊਟੀ ਲਾ ਕੇ ਭੇਜਿਆ ਵੀ ਅਸਾਮ ਦੇ ਰਾਜੇ ਦੇ ਨਾਲ ਜੰਗ ਕਰਕੇ ਤੇ ਉਸ ਨੂੰ ਜਿੱਤਣਾ ਕਰ। ਨਾਮ ਸੀ ਰਾਜੇ ਦਾ ਦ੍ਰਿਗਪਾਲ, ਜਿਹੜਾ ਅਸਾਮ ਦੇ ਉੱਪਰ ਰਾਜ ਕਰਦਾ। ਇਹ ਔਰੰਗਜ਼ੇਬ ਬਾਦਸ਼ਾਹ ਜਾਣ ਬੁੱਝ ਕੇ ਮੇਰੇ ਪੁੱਤਰ ਨੂੰ ਭੇਜਦਾ ਪਿਆ, ਕਿਉਂਕਿ ਅਸਾਮ ਦੇ ਲੋਕ ਜਿਹੜੇ ਨੇ ਟੂਣਾ ਕਰਨ ਵਾਲੇ, ਭੂਤਾਂ ਪ੍ਰੇਤਾਂ ਨੂੰ ਵਸ ਕਰਨ ਵਾਲੇ ਇਹੋ ਜਿਹੇ ਲੋਕ ਨੇ, ਉਹਨਾਂ ਦੇ ਨਾਲ ਜੰਗ ਕਰਕੇ ਜਿੱਤਿਆ ਨਹੀਂ ਜਾ ਸਕਦਾ। ਮੇਰਾ ਪੁੱਤਰ ਇੱਕ ਹਿੰਦੂ ਰਾਜਾ ਹੈ, ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਹੈ। ਉਹ ਚਾਹੁੰਦਾ ਹੈ ਵੀ ਜੇ ਇਹ ਜੰਗ ਨਾ ਜਿੱਤ ਸਕਿਆ ਉੱਥੇ ਮਰ ਜਾਵੇਗਾ ਤੇ ਇੱਕ ਹਿੰਦੂ ਰਾਜਾ ਘਟ ਜਾਏਗਾ। ਇਹ ਮਨ ਵਿੱਚ ਚਲਾਕੀ ਲੈ ਕੇ ਮੇਰੇ ਪੁੱਤਰ ਨੂੰ ਉੱਥੇ ਭੇਜਣ ਦਾ ਹੁਕਮ ਦਿੱਤਾ। ਜੇ ਹੁਣ ਨਹੀਂ ਜਾਂਦੇ ਤੇ ਔਰੰਗਜ਼ੇਬ ਨਾਰਾਜ਼ ਹੁੰਦਾ, ਜੇ ਜਾਂਦੇ ਆ ਤੇ ਉਹ ਇਲਾਕਾ ਹੀ ਇਹੋ ਜਿਹਾ ਵੀ ਉੱਥੋਂ ਪੁੱਤਰ ਨੇ ਬਚ ਕੇ ਨਹੀਂ ਆਉਣਾ। ਕਿਰਪਾ ਕਰਕੇ ਸਤਿਗੁਰੂ ਰਹਿਮਤ ਕਰੋ, ਮੇਰੇ ਪੁੱਤਰ ਨੂੰ ਜੀਵਨ ਦਾਨ ਬਖਸ਼ਿਸ਼ ਕਰੋ। ਜਦੋਂ ਸਤਿਗੁਰਾਂ ਨੇ ਉਸ ਰਾਜੇ ਦੀ ਮਾਂ ਦੀ ਇਹ ਬੇਨਤੀ ਸੁਣੀ ਤੇ ਮਹਾਰਾਜ ਜਾਣ ਗਏ ਵੀ ਸਾਡੇ ਜਾਣ ਤੋਂ ਬਿਨਾ ਇਹ ਕਾਰਜ ਸੰਪੂਰਨ ਨਹੀਂ ਹੋਣਾ ਹੈ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਫਿਰ ਸਾਡਾ ਨਾਲ ਜਾਣਾ ਹੀ ਬਣਦਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਫਿਰ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਟਿਕਾਇਆ।